ਨਮੋ ਚਰਨ ਅਰਬਿੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬ ਕਿਰਪਾਲ ਹਵੈ ਕਰਹੁ ਨਿਹਾਲ, ਜੋ ਬਾਂਛਤ ਸੋ ਦੇਹੁ ਬਿਸਾਲ। ਅਬ ਕਿਰਪਾਲ ਹਵੈ ਕਰੋ ਨਿਹਾਲ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ, ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਬੱਤੀਆਂ ਜਗਾਓ, ਆ ਵੀ ਜਗਾਓ, ਉਹ ਵੀ ਜਗਾਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ, ਬਖਸ਼ਿਸ਼ ਹੈ, ਜਿੱਥੇ ਆਪ ਜੀ ਕਈ ਦਿਨਾਂ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਆਗਮਨ ਗੁਰਪੁਰਬ 400 ਸਾਲਾ ਸਿੱਖ ਸੰਗਤਾਂ ਬੜੇ ਹੀ ਪ੍ਰੇਮ ਨਾਲ ਮਨਾ ਰਹੀਆਂ ਸਨ। ਜਿਸ ਦਿਨ ਨੂੰ ਸੰਗਤਾਂ ਉਡੀਕ ਰਹੀਆਂ ਸਨ, ਅੱਜ ਉਹ ਭਾਗਾਂ ਵਾਲਾ ਦਿਨ ਹੈ। ਦਿਨੇ ਵੀ ਸਿੱਖ ਸੰਗਤਾਂ ਨੇ ਗੁਰੂ ਕੇ ਮਹਿਲਾਂ ਵਿਖੇ ਹਾਜ਼ਰੀ ਭਰੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੇ ਹਾਜ਼ਰੀ ਭਰੀ ਹੈ। ਗੁਰੂ ਜੀ ਨੇ ਸਾਡੇ ਸਾਰਿਆਂ 'ਤੇ ਬੜੀ ਕਿਰਪਾ ਕੀਤੀ ਹੈ। ਅੱਜ ਦੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਮਹਿਲਾਂ ਦੇ ਵਿੱਚ ਮਾਤਾ ਨਾਨਕੀ ਜੀ ਦੀ ਗੋਦ ਦੇ ਵਿੱਚ ਆਗਮਨ ਧਾਰਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਆਪ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ ਹੋਵੇ। ਗੁਰੂ ਸਾਹਿਬ ਨੇ ਸਾਡੇ 'ਤੇ ਮਿਹਰ ਕੀਤੀ ਹੈ, ਜ਼ਿੰਦਗੀ ਦੇ ਵਿੱਚ ਸਾਨੂੰ ਐਸਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਹੈ। ਕੱਲ੍ਹ ਆਪ ਜੀ ਨੇ ਸਾਖੀ ਅੱਧੀ ਸਰਵਣ ਕੀਤੀ ਸੀਗੀ। ਗੁਰੂ ਸਾਹਿਬ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਦੁਨੀਆ ਦਾ ਭਲਾ ਕਰਨ ਵਾਸਤੇ ਬਹੁਤ ਵਿਚਰੇ ਸੱਚੇ ਪਾਤਸ਼ਾਹ। ਬਹੁਤ ਸਥਾਨਾਂ 'ਤੇ ਗਏ, ਬਹੁਤ ਨਗਰਾਂ ਦੇ ਵਿੱਚ ਗਏ ਜੀ। ਐਸੇ ਕਈ ਨਗਰਾਂ ਵਿੱਚ ਮਹਾਰਾਜ ਗਏ ਜਿੱਥੇ ਕੋਈ ਗੁਰੂ ਕਾ ਸਿੱਖ ਨਹੀਂ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੋਹਣੇ ਦਰਸ਼ਨ ਬਖਸ਼ਿਸ਼ ਕੀਤੇ। ਗੁਰੂ ਜੀ ਦੇ ਦਰਸ਼ਨ ਕਰਕੇ ਉਹ ਗੁਰੂ ਜੀ ਦੇ ਸਿੱਖ ਬਣ ਗਏ ਜੀ। ਇੱਕ ਨਗਰ ਸੀਗਾ ਜਿੱਥੇ ਬੁਖਾਰ ਹੀ ਨਹੀਂ ਸੀ ਹਟਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਿਹਰ ਕੀਤੀ, ਸਰੋਵਰ ਬਣਵਾਇਆ। ਆਖਿਆ ਭਾਈ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦਾ ਨਾ ਹਟਣ ਵਾਲਾ ਜਿਹੜਾ ਬੁਖਾਰ ਹੈ ਉਹ ਵੀ ਹਟ ਜਾਏਗਾ ਜੀ। ਬਹੁਤ ਬਹੁਤ ਸਥਾਨਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਗਏ। ਤੁਸੀਂ ਭਾਈ ਮੇਹਾ ਜੀ ਦੀ ਸਾਖੀ ਸੁਣ ਰਹੇ ਹੋ। ਮਹਾਰਾਜ ਧਮਧਾਨ ਸਾਹਿਬ ਦੀ ਧਰਤੀ 'ਤੇ ਹਨ। ਧਮਧਾਨ ਸਾਹਿਬ ਦੀ ਧਰਤੀ 'ਤੇ, ਧਮਧਾਨ ਸਾਹਿਬ ਹਰਿਆਣੇ ਦੇ ਵਿੱਚ ਇਲਾਕਾ ਹੈ ਜਿੱਥੇ ਪਾਣੀ ਦੀ ਬਹੁਤ ਕਿੱਲਤ ਸੀਗੀ। ਉੱਥੇ ਗੁਰੂ ਜੀ ਦਾ ਸਿੱਖ ਭਾਈ ਮੇਹਾ ਜੀ ਦਿਨ ਰਾਤ ਇੱਕ ਕਰਕੇ ਸੰਗਤਾਂ ਵਾਸਤੇ ਪਾਣੀ ਢੋਣ ਦੀ ਸੇਵਾ ਕਰਦੇ ਹਨ।
ਇੰਨੀ ਜ਼ਿਆਦਾ ਸੇਵਾ ਕੀਤੀ, ਇੰਨੇ ਪ੍ਰੇਮ ਨਾਲ ਸੇਵਾ ਕੀਤੀ, ਆਪਣੇ ਸਰੀਰ ਦੀ ਵੀ ਪਰਵਾਹ ਨਹੀਂ ਕੀਤੀ ਜੀ। ਤੁਸੀਂ ਸੁਣਿਆ ਕਿਵੇਂ ਭਾਈ ਮੇਹਾ ਜੀ ਦੇ ਸਿਰ ਵਿੱਚ ਜ਼ਖਮ ਹੋ ਗਏ ਜੀ। ਉਸ ਜ਼ਖਮ ਵਿੱਚ ਕੀੜੇ ਵੀ ਚੱਲਣ ਲੱਗ ਪਏ, ਪਰ ਭਾਈ ਮੇਹਾ ਜੀ ਨੇ ਸੇਵਾ ਨਹੀਂ ਛੱਡੀ ਜੀ, ਸੇਵਾ ਨਹੀਂ ਛੱਡੀ। ਭਾਗਾਂ ਵਾਲੇ ਐਸੇ ਸਰੀਰ ਹੁੰਦੇ ਆ, ਥੋੜ੍ਹੀ ਜਿਹੀ ਦੁੱਖ ਤਕਲੀਫ ਹੋਵੇ ਅਸੀਂ ਛੱਡ ਦਿੰਦੇ, ਸੇਵਾ ਪਾਠ ਭਜਨ ਸਾਡੇ ਕੋਲੋਂ ਛੁੱਟ ਜਾਂਦਾ ਹੈ। ਸੰਗਤ ਜੀ, ਭਾਈ ਮੇਹਾ ਜੀ ਨੇ ਪਰਵਾਹ ਨਹੀਂ ਕੀਤੀ ਜੀ। ਅਵਸਥਾ ਬਣ ਗਈ, ਸਦਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਧਿਆਨ ਰਹਿੰਦਾ ਹੈ। ਕਿਸੇ ਨਾਲ ਗੱਲ ਨਹੀਂ ਕਰਦੇ, ਥੋੜ੍ਹਾ ਛਕਦੇ ਹੈ, ਆਨੰਦ ਵਿੱਚ ਰਹਿੰਦੇ ਹੈ। ਹਰ ਸਮੇਂ ਆਨੰਦ ਵਿੱਚ ਭਾਈ ਮੇਹਾ ਜੀ ਰਹਿੰਦੇ ਹੈ। ਮਾਤਾ ਨਾਨਕੀ ਜੀ ਲੰਘ ਰਹੇ ਸਨ, ਅਚਾਨਕ ਹੀ ਬਾਰੀ ਵਿੱਚੋਂ ਕਮਰੇ ਦੇ ਵਿੱਚ ਨਜ਼ਰ ਪਈ। ਕੀ ਵੇਖਦੇ ਆ? ਭਾਈ ਮੇਹੇ ਨੇ ਆਪਣੇ ਸਿਰ ਦਾ ਬਿੰਨੂ ਖੋਲ੍ਹਿਆ ਜੀ। ਹਾਂਜੀ, ਜਦੋਂ ਉਹਨੂੰ ਖੋਲ੍ਹ ਕੇ ਹੱਥ 'ਚ ਫੜਿਆ, ਸਿਰ ਵਿੱਚੋਂ ਕੀੜੇ ਡਿੱਗ ਰਹੇ ਨੇ ਜੀ। ਭਾਈ ਮੇਹਾ ਜੀ ਨੇ ਵਿਚਾਰ ਕੀਤੀ ਵੀ ਇਹ ਕੀੜੇ ਜਿਹੜੇ ਕੀ ਖਾਣਗੇ। ਇਸ ਕਰਕੇ ਉਹਨਾਂ ਕੀੜਿਆਂ ਨੂੰ ਚੁੱਕਿਆ, ਮੁੜ ਆਪਣੇ ਸਿਰ ਵਿੱਚ ਪਾ ਲਿਆ। ਥੱਲੇ ਜ਼ਮੀਨ 'ਤੇ ਭੁੱਖੇ ਹੀ ਨਾ ਮਰ ਜਾਣ, ਮੇਰੇ ਸਿਰ ਦਾ ਮਾਸ ਖਾਈ ਜਾਣ ਜੀ। ਮਾਤਾ ਨਾਨਕੀ ਜੀ ਵੇਖ ਕੇ ਬੜੇ ਹੈਰਾਨ ਹੋਏ। ਭਾਈ ਮੇਹੇ ਦੇ ਕੋਲ ਗਏ, ਆਖਿਆ ਭਾਈ ਮੇਹੇ ਕੀ ਕਰ ਰਿਹਾ? ਭਾਈ ਮੇਹੇ ਨੇ ਕਿਹਾ ਮਾਤਾ ਜੀ ਮੇਰੇ ਸਿਰ ਵਿੱਚ ਰਹਿਣਗੇ, ਮਾਸ ਖਾਂਦੇ ਰਹਿਣਗੇ, ਜਿਉਂਦੇ ਰਹਿਣਗੇ। ਮਾਤਾ ਜੀ ਨੇ ਵੇਖਿਆ ਭਾਈ ਮੇਹੇ ਦੀ ਅਵਸਥਾ ਚੰਗੀ ਬਣ ਗਈ ਹੈ। ਹਾਂਜੀ, ਹਿਰਦਾ ਕੋਮਲ ਹੋ ਗਿਆ, ਹਿਰਦਾ ਦਰਵੀਭੂਤ ਹੋ ਗਿਆ, ਮਨ ਕੋਮਲ ਹੋ ਗਿਆ ਜੀ। ਸੰਗਤ ਜੀ, ਮਨ ਬੜਾ ਕਠੋਰ ਹੈ ਬੰਦੇ ਦਾ ਜੀ। ਇੱਕਦਮ ਸਹਿਜੇ ਜੇ ਆਖੀਏ ਮਨ ਕਠੋਰ ਤੋਂ ਨਰਮ ਹੋ ਜਾਵੇ, ਨਹੀਂ ਹੁੰਦਾ ਜੀ, ਨਹੀਂ ਹੁੰਦਾ। ਬਹੁਤ ਬਹੁਤ ਸੰਗਤ ਕਰਨ ਵਾਲੇ ਬੰਦਿਆਂ ਦੇ ਮਨ ਵੀ ਜਿਹੜੇ ਉਹ ਕਠੋਰ ਵੇਖੇ ਗਏ ਜੀ, ਕਠੋਰ ਵੇਖੇ ਗਏ ਹੈ। ਮਨ ਦਾ ਕਠੋਰ ਹੋਣਾ ਕੋਈ ਚੰਗੀ ਗੱਲ ਨਹੀਂ ਹੈਗੀ ਜੀ। ਮਨ ਦਾ ਸਖਤ ਹੋਣਾ, ਕਠੋਰ ਹੋਣਾ, ਇਹ ਇੰਨੀ ਵਧੀਆ ਗੱਲ ਨਹੀਂ ਹੈਗੀ। ਹਾਂ, ਭਜਨ ਕਰਕੇ ਮਨ ਨਰਮ ਹੋ ਜਾਵੇ, ਇਹ ਬੜੀ ਵਧੀਆ ਗੱਲ ਹੈਗੀ ਜੀ। ਕਠੋਰ ਮਨ ਦਾ ਬੰਦਾ ਹਰ ਇੱਕ ਨੂੰ ਦੁੱਖ ਦੇਵੇਗਾ, ਨਰਮ ਮਨ ਦਾ ਬੰਦਾ ਹਰ ਇੱਕ ਨੂੰ ਸੁੱਖ ਦੇਵੇਗਾ ਜੀ। ਉਹ ਸੋਚੇਗਾ ਮੈਂ ਕਿਸੇ ਦਾ ਮਨ ਨਾ ਦਿਖਾਵਾਂ, ਕਿਸੇ ਦਾ ਭਲਾ ਕਰਾਂ, ਕਿਸੇ ਦਾ ਬੁਰਾ ਨਾ ਮੇਰੇ ਕੋਲ ਹੋਵੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਨੇ ਦੇਖਿਆ, ਮਾਤਾ ਨਾਨਕੀ ਜੀ ਨੇ ਭਾਈ ਮੇਹੇ ਦੀ ਅਵਸਥਾ ਬਣ ਗਈ ਹੈ ਜੀ। ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਭਾਈ ਮੇਹਾ ਐਸਾ ਸਿੱਖ ਹੈ ਜਿਹੜਾ ਸਿਰ ਵਿੱਚ ਪਏ ਹੋਏ ਕੀੜਿਆਂ ਦੀ ਵੀ ਭੋਜਨ ਦੀ ਪਰਵਾਹ ਕਰਦਾ ਹੈ, ਪਰ ਭਾਈ ਮੇਹੇ ਦੀ ਇੱਛਾ ਕੋਈ ਨਹੀਂ ਹੈਗੀ ਜੀ। ਹੁਣ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਭਾਈ ਮੇਹਾ ਜੀ ਨੂੰ ਆਪਣੇ ਕੋਲ ਸੱਦ ਕੇ ਰਹਿਮਤਾਂ ਬਖਸ਼ਿਸ਼ਾਂ ਦੀਆਂ ਝੜੀਆਂ ਹੀ ਲਾ ਦਿੰਦੇ ਸੱਚੇ ਪਾਤਸ਼ਾਹ। ਬੜੇ ਬੜੇ ਕੀਮਤੀ ਬਚਨ ਸਾਖੀ ਦੇ ਵਿੱਚ ਅੱਗੇ ਆਉਣਗੇ, ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਬਚਨ ਹਨ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਸਰਵਣ ਕਰੋ। ਸਭ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ ਅਬ ਕਿਰਪਾਲ ਹੋਵੈ ਕਰਹੁ ਨਿਹਾਲ। ਇਹ ਮਾਤਾ ਜੀ ਮਹਾਰਾਜ ਨੂੰ ਕਹਿ ਰਹੇ ਆ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੁਣ ਆਪ ਕਿਰਪਾਲੂ ਹੋਵੋ ਤੇ ਮਹਾਰਾਜ ਭਾਈ ਮੇਹੇ ਨੂੰ ਨਿਹਾਲ ਕਰ ਦਿਓ। ਜੋ ਬਾਂਛਤ ਸੋ ਦੇਹੋ ਵਿਸਾਲ। ਮਹਾਰਾਜ ਭਾਈ ਮੇਹਾ ਜੀ ਜੋ ਮੰਗਦੇ ਆ ਤੁਸੀਂ ਦੇ ਸਕਦੇ ਹੋ ਸੱਚੇ ਪਾਤਸ਼ਾਹ। ਮਹਾਰਾਜ ਭਾਈ ਮੇਹੇ ਨੂੰ ਨਿਹਾਲ ਕਰੋ, ਜੋ ਮੰਗਦੇ ਦਿਓ। ਹਾਂਜੀ। ਮਾਤ ਨਾਨਕੀ ਤੇ ਸੁਨ ਬੈਨ। ਮਾਤਾ ਨਾਨਕੀ ਜੀ ਨੇ ਜਦੋਂ ਐਸੇ ਬਚਨ ਮਹਾਰਾਜ ਜੀ ਦੇ ਨਾਲ ਕੀਤੇ, ਕਰੁਣਾ ਭਰੇ ਰਸੀਲੇ ਨੈਣ। ਤੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਪਹਿਲਾਂ ਹੀ ਮੇਰਾਂ ਦੇ ਘਰ ਨੇ ਜੀ। ਗੁਰੂ ਤੇਗ ਬਹਾਦਰ ਸਾਹਿਬ ਤਾਂ ਪਹਿਲਾਂ ਹੀ ਬੜੇ ਦਿਆਲੂ ਨੇ। ਮਹਾਰਾਜ ਹੋਰ ਕਿਰਪਾ ਦੇ ਘਰ ਵਿੱਚ ਆ ਗਏ ਜੀ। ਹਾਂਜੀ। ਕੋਈ ਵਿਦਿਆਰਥੀ ਬਹੁਤ ਸੋਹਣੀ ਪੜ੍ਹਾਈ ਕਰੇ ਜੀ, ਹਾਂਜੀ, ਚੰਗੇ ਨੰਬਰ ਲਵੇ, ਉਹਦੇ ਮਾਸਟਰ ਨੂੰ ਟੀਚਰ ਨੂੰ ਖੁਸ਼ੀ ਹੁੰਦੀ ਹੈ ਜੀ। ਮਹਾਰਾਜ ਭਾਈ ਮੇਹਾ ਜੀ ਦੀ ਘਾਲਣਾ ਬਾਰੇ ਸੁਣ ਕੇ
ਬਹੁਤ ਖੁਸ਼ ਹੋਏ। ਅਵਲੋਕਤ ਸੋ ਲੀਨ ਬੁਲਾਏ। ਭਾਈ ਮੇਹਾ ਜੀ ਲੰਘ ਰਹੇ ਸਨ, ਮਹਾਰਾਜ ਨੇ ਵੇਖ ਲਿਆ। ਸਿੱਖ ਨੂੰ ਆਖਿਆ, ਸਿੱਖਾ ਭਾਈ ਮੇਹੇ ਨੂੰ ਸੱਦ ਸਾਡੇ ਕੋਲ। ਹਾਂਜੀ, ਜਾਨੀ ਸੇਵ ਮਹਾ ਸਫਲਾਏ। ਇਹਨੇ ਮਹਾਨ ਸੇਵਾ ਕੀਤੀ, ਮਹਾਰਾਜ ਕਹਿੰਦੇ ਬਹੁਤ ਸੇਵਾ ਕੀਤੀ ਹੈ। ਹਾਂਜੀ, ਪੂਰਬ ਜੁਗ ਮਹਿ ਜਿਉ ਤਪ ਘਲ ਹੈ। ਹਾਂਜੀ। ਅਨਿਕ ਭਾਂਤ ਸਹਿ ਕਸ਼ਟ ਬਿਸਲ ਹੈ। ਸੰਗਤ ਬੈਠੀ ਹੈ ਮਹਾਰਾਜ ਜੀ ਦੇ ਹਜੂਰ, ਸੱਚੇ ਪਾਤਸ਼ਾਹ ਜੀ ਦੇ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬੈਠੇ ਹਨ। ਗੁਰੂ ਸਾਹਿਬ ਸੰਗਤ ਵਿੱਚ ਬਚਨ ਕਰਨ ਲੱਗੇ ਹੈ। ਭਾਈ ਮੇਹਾ ਜੀ ਵੀ ਬੈਠੇ ਹੈ। ਹੁਣ ਇਹ ਗੱਲਾਂ ਧਿਆਨ ਨਾਲ ਸੁਣਿਓ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਪਿਛਲੇ ਯੁੱਗਾਂ ਦੇ ਵਿੱਚ ਕੀ ਹੁੰਦਾ ਸੀ? ਪੂਰਬ ਯੁੱਗ ਮਹਿ ਜਿਉ ਤਪ ਘਲ ਹੈ। ਲੋਕ ਤਪ ਕਰਦੇ ਹੁੰਦੇ ਸੀਗੇ ਜੀ। ਧਰੂ ਜੀ ਨੇ ਤਪ ਕੀਤਾ ਜੀ, ਬੜਿਆਂ ਨੇ ਤਪ ਕੀਤਾ, ਇੱਕ ਇੱਕ ਪੈਰ ਦੇ ਉੱਤੇ ਖਲੋ ਕੇ ਤਪ ਕੀਤਾ ਜੀ। ਪਾਣੀ ਦੇ ਵਿੱਚ ਠੰਡ ਵਿੱਚ ਖਲੋ ਖਲੋ ਕੇ ਤਪ ਕੀਤੇ। ਕਈਆਂ ਨੇ ਗਰਮੀ ਵਿੱਚ ਅੱਗ ਆਲੇ ਦੁਆਲੇ ਕਰਕੇ ਤਪ ਕੀਤਾ। ਤਪ ਦਾ ਮਤਲਬ ਤੇ ਸੀਗਾ ਵੀ ਘਾਲਣਾ ਘਾਲਣੀ ਜੀ। ਪਹਿਲੇ ਲੋਕ ਯੁੱਗਾਂ ਵਿੱਚ ਜਿਵੇਂ ਮਹਾਰਾਜ ਕਹਿੰਦੇ ਲੋਕ ਤਪ ਕਰਦੇ ਸਨ। ਹੁਣ ਤੁਸੀਂ ਸੋਚੋ, ਅਸੀਂ ਉਹੋ ਜਿਹਾ ਤਪ ਕਰੀਏ, ਕਰ ਸਕਦੇ ਹਾਂ ਜੀ? ਬੜਾ ਮੁਸ਼ਕਲ ਕੰਮ ਹੈਗਾ ਜੀ। ਹਿਮ ਰੁਤ ਮਹਿ ਬੜ ਜਲ ਤਹਿ ਪੈਠ ਹੈ। ਮਹਾਰਾਜ ਉਹ ਸਾਰੀ ਗੱਲ ਦੱਸਦੇ ਵੀ ਪਹਿਲੇ ਯੁੱਗਾਂ 'ਚ ਲੋਕ ਤਪ ਕਿਵੇਂ ਕਰਦੇ ਸੀਗੇ। ਠੰਡ ਦੇ ਸਮੇਂ ਵਿੱਚ ਨਾ ਜੀ, ਠੰਡ ਦੇ ਸਮੇਂ 'ਚ ਠੰਡੇ ਪਾਣੀ ਦੇ ਵਿੱਚ ਬੈਠ ਕੇ ਭਜਨ ਕਰਨਾ ਜੀ, ਔਖਾ ਕੰਮ ਹੈਗਾ ਜੀ। ਠੰਡ ਦੇ ਟਾਈਮ ਵਿੱਚ ਤੇ ਬੰਦਾ ਟੂਟੀ 'ਚੋਂ ਠੰਡਾ ਪਾਣੀ ਨਿਕਲਦਾ ਵੇਖੇ, ਬਾਥਰੂਮ 'ਚੋਂ ਬਾਹਰ ਨੂੰ ਆਉਂਦਾ ਜੇ। ਐਸੇ ਠੰਡੇ ਪਾਣੀ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੰਦਾ ਬੈਠ ਕੇ ਤਪ ਕਰਦਾ ਸੀਗਾ। ਹਾਂਜੀ, ਗਰੀਖਮ ਪੰਚਾਂਗਨ ਵਿੱਚ ਬੈਠ ਹੈ। ਫਿਰ ਜਦੋਂ ਗਰਮੀ ਹੋਣੀ ਜੀ, ਆਸੇ ਪਾਸੇ ਅਗਨੀ ਲਾ ਕੇ ਵਿੱਚ ਬਹਿਣਾ ਜੀ, ਗਰਮੀ ਨੂੰ ਸਹਿਣਾ ਜੀ। ਹਾਂਜੀ, ਫਲ ਕੋ ਖਾਏ ਸਥੰਡਲ ਜਾਈ। ਫਿਰ ਬੜਾ ਬੜਾ ਚਿਰ ਪ੍ਰਸ਼ਾਦਾ ਨਹੀਂ ਛਕਣਾ ਜੀ, ਫਲ ਖਾ ਕੇ ਹੀ ਗੁਜ਼ਾਰਾ ਕਰਨਾ ਜੀ, ਫਲ ਖਾ ਕੇ। ਹਾਂਜੀ, ਪਦ ਊਰਦ ਕਰ ਨਿਜ ਲਟਕਾਈ। ਤੇ ਇਥੋਂ ਤੱਕ ਪੈਰ ਉੱਪਰ ਕਰ ਲੈਣੇ, ਧੌਣ ਹੇਠਾਂ ਕਰਨੀ, ਰੁੱਖਾਂ ਦੇ ਨਾਲ ਪੁੱਠੇ ਲਟਕ ਲਟਕ ਕੇ ਤਪ ਕਰਨਾ ਜੀ। ਹਾਂਜੀ, ਤਪ ਲੋਕ ਕਰਦੇ ਰਹੇ ਜੀ। ਸਿਰ ਬੰਨ ਕੇ ਨਾ ਜੀ, ਕੇਸ ਤਾਂ ਨੂੰ ਬੰਨ ਕੇ ਰੁੱਖ ਨਾਲ, ਫਿਰ ਤਪ ਕਰਦੇ ਰਹੇ ਵੀ ਜੇ ਝੋਕ ਵੀ ਆਵੇ ਤੇ ਖਿੱਚ ਪਵੇ ਤੇ ਝੋਕ ਨਾ ਆਵੇ, ਨੀਂਦ ਨਾ ਆਵੇ ਜੀ। ਹਾਂਜੀ, ਪੱਤਰ ਆਹਾਰੀ ਬ੍ਰਤ ਕੋ ਸਾਧ ਹੈ। ਸਹਿਜੇ ਸਹਿਜੇ ਫਿਰ ਤਪ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਐਸੇ ਵੀ ਬੰਦੇ ਸੀ ਜਿਹੜੇ ਪੱਤੇ ਹੀ ਖਾਂਦੇ ਹੁੰਦੇ ਸੀਗੇ ਜੀ। ਹਾਂਜੀ, ਪੱਤੇ ਖਾ ਖਾ ਕੇ ਗੁਜ਼ਾਰਾ ਕਰਦੇ ਸਨ। ਹਾਂਜੀ, ਬਨ ਮਹਿ ਬਸਹਿ ਇਕੰਤ ਅਰਾਧ ਹੈ। ਜੰਗਲ ਵਿੱਚ ਰਹਿਣਾ, ਖੂੰਖਾਰ ਜਾਨਵਰਾਂ ਦੇ ਵਿੱਚ ਰਹਿਣਾ, ਇਕੱਲੇ ਬੈਠ ਕੇ ਭਜਨ ਕਰਨਾ। ਮਹਾਰਾਜ ਕਹਿੰਦੇ ਐਸੇ ਲੋਕ ਹੁੰਦੇ ਸਨ ਸੰਗਤ ਜੀ। ਹਾਂਜੀ, ਪਦਮ ਆਸਨ ਕਰ ਜੋਗ ਕਰਨ ਤੇ। ਪਦਮ ਆਸਣ ਲਾ ਕੇ ਜੋਗ ਕਰਨਾ ਜੀ, ਐਵੇਂ ਦੋਵਾਂ ਪੈਰਾਂ ਦੀਆਂ ਤਲੀਆਂ ਨੂੰ ਤਾਂਹ ਕਰਕੇ ਬੈਠਣਾ, ਜੋਗ ਆਸਣ ਕਰਨੇ, ਬੜੀ ਬੜੀ ਕਮਾਈ ਕਰਨੀ, ਬੜੇ ਬੜੇ ਸਾਲ ਲਾਉਣੇ ਇਸ ਪਾਸੇ ਜੀ। ਹਾਂਜੀ, ਕੇਤਿਕ ਗਿਨੀਐ ਤਪ ਜੋ ਤਪੰਤੇ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਮੈਂ ਕਿਹੜੇ ਕਿਹੜੇ ਤਪਾਂ ਦੀ ਗਿਣਤੀ ਕਰਾਂ? ਕਹਿਣ ਲੱਗੇ ਜਿਹੜੇ ਉਹ ਤਪ ਕਰਦੇ ਸੀ ਨਾ ਜੀ, ਕਿਹੜੇ ਕਿਹੜੇ ਤਪਾਂ ਦੀ ਗਿਣਤੀ ਕਰਾਂ? ਬੜੇ ਤਪ ਕਰਦੇ ਸਨ ਲੋਕ। ਹਾਂਜੀ, ਤਪਯਨ ਕੇ ਤਪ ਦੇਖ ਵਿਸਾਲਾ। ਐਸੇ ਤਪੱਸੀਆਂ ਦਾ ਤਪ ਫਿਰ ਰੱਬ ਵੇਖਦਾ ਹੁੰਦਾ ਸੀਗਾ ਜੀ। ਇਹ ਬੰਦੇ ਇੰਨੀ ਮਿਹਨਤ ਕਰ ਰਹੇ ਆ, ਸਰੀਰ ਦੇ ਸੁਭਾਅ ਤੋਂ ਉਲਟ ਹੋ ਕੇ ਕੰਮ ਕਰ ਰਹੇ ਆ। ਹਾਂਜੀ, ਬ੍ਰਹਮਾਦਿਕ ਸੁਰ ਹੋਏ ਕਿਰਪਾਲਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਦੇਵਤੇ ਖੁਸ਼ ਹੁੰਦੇ ਸੀ ਉਹਨਾਂ ਤੇ ਜੀ। ਦੇਵਤੇ ਖੁਸ਼ ਹੋ ਕੇ ਉਹਨਾਂ ਨੂੰ ਵਰ ਦਿੰਦੇ ਸਨ ਜੀ।
ਹਾਂਜੀ ਆਨ ਦੇਤ ਮਨ ਬਾਂਛਤ ਤਾਹੀ। ਸਭ ਕੁਝ ਦਿੰਦੇ ਸੀਗੇ ਜੀ, ਜੋ ਬੰਦਾ ਮੰਗਦਾ ਸੀਗਾ ਜੀ। ਉਹ ਆਮ ਹਿੰਦੂ ਧਰਮ ਦੇ ਸੀਰੀਅਲ ਤੁਸੀਂ ਵੇਖੇ ਹੋਣੇ ਜੀ, ਉਹਨਾਂ ਤਥਾਸਤੂ ਆਖਣਾ, ਜੋ ਬੰਦੇ ਨੇ ਮੰਗਣਾ ਉਹਨੂੰ ਮਿਲਣਾ। ਪਰ ਸੁਣਿਓ ਧਿਆਨ ਨਾਲ ਗੱਲ ਗੁਰੂ ਤੇਗ ਬਹਾਦਰ ਜੀ ਦੀ, ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਅਪਰ ਸਰਬ ਸੁਖ ਕੈਵਲ ਨਾਹੀ। ਹੋਰ ਤਾਂ ਸਾਰੇ ਸੁੱਖ ਦਿੰਦੇ ਸਨ, ਪਰ ਮੁਕਤੀ ਨਹੀਂ ਸੀ ਦੇ ਸਕਦੇ ਜੀ ਦੇਵਤੇ। ਹਾਂਜੀ, ਮੁਕਤੀ ਨਹੀਂ ਸੀ ਦਿੰਦੇ, ਕੈਵਲ ਮੁਕਤੀ ਵਾਹਿਗੁਰੂ ਦੇ ਰੂਪ ਵਿੱਚ ਇੱਕ ਮਿਕ ਹੋ ਜਾਣਾ ਜੀ। ਹਾਂਜੀ, ਥੋੜਾ ਬਹੁਤਾ ਜਾਪ ਤਪ ਕਰਕੇ ਹੁਣ ਵੀ ਬੰਦੇ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਉਸ ਸਮੇਂ ਤੇ ਲੋਕ ਬਹੁਤ ਤਪ ਕਰਦੇ ਸੀਗੇ ਜੀ। ਉਦੋਂ ਉਮਰਾਂ ਵੀ ਵੱਡੀਆਂ ਸਨ ਜੀ, ਕੰਮ ਵੀ ਨਹੀਂ ਸੀ ਇੰਨੇ ਹੁੰਦੇ ਜੀ, ਨਾ ਵਟਸਐਪ ਨਾ ਫੇਸਬੁੱਕ ਤੇ ਤਪ ਹੀ ਕਰਨੇ ਹੈਗੇ ਜੀ। ਉਦੋਂ ਖੇਡ ਹੋਰ ਸੀ, ਮਹਾਰਾਜ ਕਹਿੰਦੇ। ਹਾਂਜੀ, ਸੋ ਤਪ ਦੁਸ਼ਟਰ ਹੈ ਕਲ ਕਾਲ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੰਗਤ ਨੂੰ ਕਹਿ ਰਹੇ, ਸਾਨੂੰ ਕਹਿ ਰਹੇ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਇਹੋ ਜਿਹਾ ਤਪ ਕਰਨਾ ਹੁਣ ਕਲਯੁਗ ਵਿੱਚ ਔਖਾ ਹੈਗਾ। ਕਹਿਣ ਲੱਗੇ, ਕੌਣ ਪਰਿਵਾਰ ਨੂੰ ਛੱਡ ਕੇ ਜੰਗਲ 'ਚ ਬੈਠਾ ਰਵੇ ਜੀ। ਹਾਂਜੀ, ਹੋਤ ਨਹੀਂ ਹਠ ਕਰੇ ਵਿਸਾਲ। ਬੰਦੇ ਕੋਲੋਂ ਹੋਏਗਾ ਹੀ ਨਹੀਂ, ਮਹਾਰਾਜ ਕਹਿੰਦੇ। ਬੰਦਾ ਹੱਠ ਵੀ ਕਰ ਲਵੇ ਨਾ, ਜਿੱਦ ਵੀ ਕਰ ਲਵੇ, ਮੈਂ ਇੰਨਾ ਤਪ ਕਰਨਾ, ਨਹੀਂ ਹੋ ਸਕਦਾ ਜੀ। ਹਾਂਜੀ, ਅਸੀਂ ਤੇ 1 ਘੰਟਾ ਸਾਡਾ ਸੌਣਾ ਅੱਗੇ ਪਿੱਛੇ ਹੋ ਜਾਏ ਤੇ ਬੰਦੇ ਦੀ ਸਿਹਤ ਵਿਗੜ ਜਾਂਦੀ ਹੈ ਜੀ। ਹਾਂਜੀ, ਇੱਕ ਘੰਟਾ ਸੌਣ ਦਾ ਟਾਈਮ ਅੱਗੇ ਪਿੱਛੇ ਹੋ ਜਾਏ ਤੇ ਸਿਹਤ ਵਿਗੜ ਜਾਂਦੀ ਜੀ। ਹਾਂਜੀ, ਕਸ਼ਟ ਸਹਨ ਕੀ ਸ਼ਕਤ ਨਾ ਰਹੀ। ਮਹਾਰਾਜ ਕਹਿਣ ਲੱਗੇ, ਕਲਯੁਗ ਦੇ ਬੰਦਿਆਂ ਵਿੱਚ ਕਸ਼ਟ ਸਹਿਣ ਦੀ ਸ਼ਕਤੀ ਨਹੀਂ ਹੈਗੀ, ਕਸ਼ਟ ਨਹੀਂ ਸਹਿ ਸਕਦੇ ਜੀ। ਹਾਂਜੀ, ਕਸ਼ਟ ਹੀ ਹੈ, ਗਰਮੀ ਨਹੀਂ ਸਾਡੇ ਕੋਲ ਸਹਿਣ ਹੁੰਦੀ, ਪੱਖੇ ਚੱਲ ਰਹੇ, ਏਸੀ ਚੱਲ ਰਹੇ ਹੈ। ਇਹੋ ਜਿਹੇ ਸੁੱਖ ਵਾਲੇ ਮਾਹੌਲ ਵਿੱਚ ਵੀ ਬੰਦੇ ਦਾ ਕਥਾ ਕੀਰਤਨ 'ਚ ਧਿਆਨ ਨਾ ਲੱਗੇ ਤੇ ਮਾੜੀ ਗੱਲ ਹੈਗੀ ਹੈ ਜੀ। ਆਖੋ ਵਾਹਿਗੁਰੂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੰਦਾ ਕਸ਼ਟ ਨਹੀਂ ਸਹਿ ਸਕਦਾ। ਮ੍ਰਿਤਕ ਹੋਏ ਜੇ ਖਾਵਹਿ ਨਹੀਂ। ਜੇ ਖਾਵੇਗਾ ਹੀ ਨਹੀਂ ਤੇ ਭੁੱਖਾ ਮਰੇਗਾ, ਮਹਾਰਾਜ ਕਹਿਣ ਲੱਗੇ। ਉਦੋਂ ਦੇ ਬੰਦੇ ਪੱਤੇ ਖਾ ਖਾ ਕੇ ਗੁਜ਼ਾਰਾ ਕਰੀ ਜਾਂਦੇ ਸੀਗੇ ਜੀ। ਹਾਂਜੀ, ਕਿਮ ਕਾਨਨ ਮਹਿ ਹੋਵਹਿ ਬਾਸਾ। ਜੰਗਲਾਂ ਵਿੱਚ ਬੰਦਾ ਕਿਵੇਂ ਰਹੇਗਾ ਜੀ। ਸਾਨੂੰ ਕੋਈ ਕਹੇ ਵੀ 40 ਦਿਨ ਜੰਗਲ 'ਚ ਲਾ ਕੇ ਆਓ, ਔਖਾ ਕੰਮ ਹੈਗਾ ਜੀ। ਹਾਂਜੀ, ਬਿਨ ਕਾਨਨ ਕਿਉ ਹੋਵੈ ਤਪ ਰਾਸਾ। ਤੇ ਮਹਾਰਾਜ ਕਹਿਣ ਲੱਗੇ ਜੀ, ਨਾ ਜੰਗਲਾਂ 'ਚ ਜਾ ਸਕਦਾ, ਨਾ ਭੁੱਖਾ ਰਹਿ ਸਕਦਾ, ਤਪ ਵਾਲਾ ਤੇ ਕੰਮ ਨਹੀਂ ਹੋ ਸਕਦਾ, ਮਹਾਰਾਜ ਕਹਿੰਦੇ। ਹਾਂਜੀ, ਯਾਂਤੇ ਸਤਿਗੁਰ ਰੀਤ ਚਲਾਈ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਗੱਜ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਇਸ ਕਰਕੇ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਨੇ ਇੱਕ ਰੀਤ ਚਲਾਈ ਜੀ, ਸਾਡੇ ਫਾਇਦੇ ਵਾਲੀ ਜੀ। ਹਾਂਜੀ, ਸਤ ਸੰਗਤ ਸੇਵਨ ਅਧਿਕਾਈ। ਜਿੱਥੇ ਸਤ ਸੰਗਤ ਹੋ ਰਹੀ ਹੋਵੇ ਉੱਥੇ ਜਾ ਕੇ ਬੰਦਾ ਸੇਵਾ ਕਰੇ ਜੀ। ਅਸੀਂ ਗੁਰੂ ਕੇ ਮਹਿਲ ਗਏ, ਪ੍ਰੇਮੀਆਂ ਨੇ ਦੱਸਿਆ ਹਫਤਾ ਹੋ ਗਿਆ ਘਰ ਨਹੀਂ ਗਏ ਜੀ। ਉਹ ਜੀ ਉੱਥੇ ਸੇਵਾ ਹੀ ਕਰੀ ਜਾਂਦੇ ਜੀ, ਸੇਵਾ ਹੀ ਕਰੀ ਜਾਂਦੇ ਜੀ। ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦੀ ਰੀਤ ਸਤਿਗੁਰੂ ਨੇ ਚਲਾਈ ਜੀ। ਜਿੱਥੇ ਸੰਗਤਾਂ ਬੈਠੀਆਂ ਨਾਮ ਜਪ ਰਹੀਆਂ, ਉਹਨਾਂ ਦੀ ਸੇਵਾ ਕਰਨ ਦੀ ਜੀ। ਡਿਡ ਹੋਵੈ ਕਰ ਜੋ ਘਲ ਹੈ ਘਾਲ। ਹੁਣ ਸੇਵਾ ਵੀ ਸਾਰਿਆਂ ਕੋਲੋਂ ਨਹੀਂ ਹੁੰਦੀ ਸੰਗਤ ਦੀ। ਸਰੀਰ ਸੋਹਲ ਹੋ ਗਏ, ਸੇਵਾ ਨਹੀਂ ਹੁੰਦੀ ਜੀ। ਇੱਕ ਸਿੰਘ ਲੰਗਰ ਵਰਤਾਉਣ ਲੱਗ ਪਿਆ ਜੀ। ਹਾਂਜੀ, ਤੇ 10-15 ਮਿੰਟ ਉਹਨੇ ਬਾਲਟੀ ਹੇਠਾਂ ਲਮਕਾ ਕੇ ਤੇ ਵਰਤਾਉਂਦਾ ਰਿਹਾ। ਬਾਅਦ ਚੋਂ ਬਾਹਾਂ ਘਟਾਵੇ ਜੀ ਮੇਰੇ ਵਰਗਾ ਜੀ। ਹੈਂ, ਸਰੀਰ ਸੋਹਲ ਹੋ ਗਏ ਜੀ, ਸੇਵਾ ਨਹੀਂ ਹੁੰਦੀ ਇੰਨੀ ਜੀ। ਮਹਾਰਾਜ ਕਹਿਣ ਲੱਗੇ ਜੇ ਸੇਵਾ ਵੀ ਕਰਨੀ ਹੈ ਨਾ, ਮਹਾਰਾਜ ਨੇ ਤੇ ਸੌਖਾ ਕੰਮ ਦੱਸਿਆ ਜੀ ਸੇਵਾ ਕਰਨ ਦਾ। ਸੇਵਾ ਵੀ ਦ੍ਰਿੜ ਹੋ ਕੇ ਕਰਨੀ ਹੈ ਜੀ। ਹਾਂਜੀ, ਸੁਖ ਦੁਇ ਲੋਕ ਲਹੈ ਸੋ ਨਿਹਾਲ। ਜਿਹੜਾ ਦ੍ਰਿੜ ਹੋ ਕੇ ਸੇਵਾ ਕਰ ਲੇ ਨਾ,
ਮਹਾਰਾਜ ਕਹਿਣ ਲੱਗੇ ਉਹਨੂੰ ਤਪ ਕਰਨ ਦੀ ਲੋੜ ਨਹੀਂ ਹੈਗੀ, ਦੋਵਾਂ ਲੋਕਾਂ ਦੇ ਸੁੱਖ ਮਿਲਣਗੇ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ। ਜਗਤ ਪਦਾਰਥ ਕੀ ਕਿਆ ਬਾਤ। ਮਹਾਰਾਜ ਕਹਿਣ ਲੱਗੇ ਦੋ ਲੋਕਾਂ ਦੇ ਸੁੱਖ ਮਿਲਣਗੇ, ਜਗਤ ਦੇ ਪਦਾਰਥਾਂ ਦੀ ਗੱਲ ਹੀ ਕੀ ਹੈਗੀ ਹੈ ਜੀ। ਆ ਮਾੜੀਆਂ ਮੋਟੀਆਂ ਚੀਜ਼ਾਂ ਤਾਂ ਆਪੇ ਹੀ ਬੰਦੇ ਨੂੰ ਮਿਲੀ ਜਾਂਦੀਆਂ ਸੰਗਤ ਦੀ, ਪਰ ਹੱਥ ਹਿਲਾਉਣੇ ਪੈਣਗੇ, ਸੇਵਾ ਕਰਨੀ ਪਏਗੀ। ਹਾਂਜੀ। ਮੁਕਤ ਹੋਏ ਬੰਧਨ ਮਿਟ ਜਾਤ। ਬਹੁਤ ਬਹੁਤ ਤਪ ਕਰਕੇ ਦੇਵਤਿਆਂ ਨੂੰ ਖੁਸ਼ ਕਰਕੇ ਬੰਦੇ ਵਰ ਲੈਂਦੇ ਸਨ, ਮੁਕਤੀ ਨਹੀਂ ਸੀ ਮਿਲ ਸਕਦੀ ਜੀ। ਮਹਾਰਾਜ ਕਹਿਣ ਲੱਗੇ ਸੇਵਾ ਕਰਕੇ ਮੁਕਤੀ ਵੀ ਮਿਲ ਜਾਂਦੀ ਬੰਦੇ ਨੂੰ ਜੀ। ਆਖੋ ਵਾਹਿਗੁਰੂ। ਮੁਕਤੀ ਵੀ ਮਿਲਦੀ, ਮੁਕਤੀ। ਹਾਂਜੀ। ਐਸੀ ਵਸਤ ਨਹੀਂ ਜਗ ਕੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪਿਆਰਿਓ, ਜਗਤ ਵਿੱਚ ਇਹੋ ਜੀ ਕੋਈ ਵਸਤੂ ਨਹੀਂ ਹੈਗੀ। ਹਾਂਜੀ। ਗੁਰ ਸੰਗਤ ਤੇ ਲਹਿਤ ਨਾ ਜੋਈ। ਜਿਹੜੀ ਸੰਗਤ ਦੀ ਸੇਵਾ ਕਰਕੇ ਨਹੀਂ ਮਿਲ ਸਕਦੀ ਜੀ। ਸੰਗਤ ਦੀ ਸੇਵਾ ਵਿੱਚੋਂ ਸਭ ਕੁਝ ਮਿਲਦਾ, ਬੰਦੇ ਨੂੰ ਜੁਗਤੀ ਹੋਵੇ ਸਹੀ। ਜੇ ਮੁਕਤੀ ਮਿਲ ਸਕਦੀ ਤੇ ਦੂਜੀਆਂ ਤੇ ਗੱਲਾਂ ਹੀ ਕੁਛ ਨਹੀਂ ਹੈਗੀਆਂ ਜੀ। ਹਾਂਜੀ। ਤਪ ਕਰਬੇ ਤੇ ਸੇਵ ਤੁਖਾਰੀ। ਫਿਰ ਪੜੋ। ਤਪ ਕਰਬੇ ਤੇ ਸੇਵ ਸੁਖਾਰੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਪ ਕਰਨ ਵਾਲੋਂ ਤੇ ਸੇਵਾ ਕਰਨੀ ਸੌਖੀ ਹੈਗੀ ਆ ਜੀ। ਹਾਂਜੀ। ਬਾਲਟੀ ਫੜ ਲਓ, ਹਾਂਜੀ, ਸਬਜਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ, ਵਰਤਾਈ ਚੱਲੋ ਜੀ। ਸੰਗਤ ਦੇ ਜੋੜੇ ਝਾੜੋ ਜੀ। ਤਪ ਕਰਨ ਨਾਲੋਂ ਤੇ ਸੇਵਾ ਕਰਨੀ ਬਹੁਤ ਸੌਖੀ ਹੈਗੀ, ਮਹਾਰਾਜ ਕਹਿਣ ਲੱਗੇ। ਹਾਂਜੀ। ਚਿਰੰਕਾਲ ਲੋ ਤਪ ਹੈ ਭਾਰੀ। ਹਾਂ, ਬਹੁਤ ਦੇਰ ਤੱਕ ਜਿਹੜੇ ਤਪ ਕਰਦੇ ਆ, ਲੰਮਾ ਲੰਮਾ ਸਮਾਂ ਤਪ ਕਰਦੇ ਆ, ਉਹਦੇ ਨਾਲੋਂ ਤੇ ਸੇਵਾ ਕਰਨੀ ਬੜੀ ਸੌਖੀ ਹੈਗੀ ਜੀ। ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨ 'ਚ ਬਹੁਤ ਸੁੱਖ, ਮਹਾਰਾਜ ਕਹਿੰਦੇ। ਹਾਂਜੀ। ਸੇਵਨ ਅਲਪ ਦਿਨਨ ਕੋ ਜਾਨ। ਸੇਵਾ ਥੋੜੇ ਦਿਨਾਂ ਦੀ ਹੋਵੇ, ਮਹਾਰਾਜ ਕਹਿੰਦੇ, ਥੋੜੇ ਦਿਨਾਂ ਦੀ। ਹਾਂਜੀ। ਫਲ ਪ੍ਰਾਪਤ ਹੋਵੇ ਮਹਿਦ ਮਹਾਨ। ਵੱਡੇ ਤੋਂ ਵੱਡਾ ਫਲ ਥੋੜੇ ਦਿਨਾਂ ਦੀ ਸੇਵਾ 'ਚ ਮਿਲ ਜਾਂਦਾ ਜੀ। ਵੱਡੇ ਤੋਂ ਵੱਡੇ ਤਪ ਦਾ ਜਿਹੜਾ ਫਲ ਹੈ ਨਾ ਜੀ, ਉਹ ਥੋੜੇ ਦਿਨਾਂ ਦੀ ਸੇਵਾ ਵਿੱਚ ਮਿਲ ਜਾਂਦਾ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਤਪਹਿ ਬਰਖ ਇੱਕ ਦਿਨ ਕੀ ਸੇਵਾ। ਵਾਹ ਵਾਹ ਵਾਹ। ਗੱਜ ਕੇ ਆਖੋ ਵਾਹਿਗੁਰੂ। ਬੜਾ ਸੌਖਾ ਕੰਮ ਦੱਸਦਾ ਮਹਾਰਾਜ ਨੇ। ਇੱਕ ਸਾਲ ਵਿੱਚ 6 ਰੁੱਤਾਂ ਆਉਂਦੀਆਂ ਜੀ। ਠੰਡ ਵਿੱਚ ਠੰਡੇ ਪਾਣੀ 'ਚ ਬਹਿ ਕੇ ਤਪ ਕਰੇ ਜੀ, ਔਖਾ ਹੈਗਾ। ਗਰਮੀਆਂ 'ਚ ਗਰਮੀ ਸਹਿ ਕੇ ਤਪ ਕਰੇ, ਔਖਾ ਹੈਗਾ ਜੀ। ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਵਾਜ ਬਚਨ ਕਰਦੇ, ਕਹਿਣ ਲੱਗੇ 1 ਸਾਲ ਬੰਦਾ ਤਪ ਕਰੇ ਜੀ, 1 ਸਾਲ ਜੀ ਲਗਾਤਾਰ, ਨਾਗਾ ਨਾ ਪਵੇ ਜੀ। ਹੁਣ ਸਾਲ 'ਚ ਛੁੱਟੀ ਤੇ ਹੋ ਹੀ ਜਾਂਦੀ ਜੀ। 1 ਸਾਲ ਲਗਾਤਾਰ ਸੇਵਾ ਵਾਹਿਗੁਰੂ ਤਪ ਕਰੇ, ਨਾਗਾ ਨਾ ਪਵੇ, ਜਿਹੜਾ ਫਲ ਮਿਲਣਾ ਉਹ ਗੁਰੂ ਦੀਆਂ ਸੰਗਤਾਂ ਦੀ 1 ਦਿਨ ਦੀ ਸੇਵਾ ਨਾਲ ਮਿਲ ਜਾਣਾ, ਮਹਾਰਾਜ ਕਹਿਣ ਲੱਗੇ। ਹਾਂਜੀ। ਕਿੱਥੇ 365 ਦਿਨ ਤੇ ਕਿੱਥੇ 1 ਦਿਨ ਜੀ, ਬੜਾ ਫਰਕ ਹੈਗਾ ਜੀ। ਕਿੰਨੀ ਵੱਡੀ ਸੇਵਾ ਗੁਰੂ ਦੀ ਜੀ। ਕਲਯੁਗ ਦਾ ਸਮਾਂ, ਮੈਨੂੰ ਇੱਕ ਗੁਰਮੁਖ ਪਿਆਰੇ ਕਹਿਣ ਲੱਗੇ 24 ਘੰਟੇ ਬੰਦਾ ਲਗਾਤਾਰ ਲਾ ਲੇ ਤੇ ਰੱਬ ਮਿਲ ਜਾਂਦਾ, ਲਾਵੇ ਪ੍ਰੇਮ ਨਾਲ ਜੀ। ਹਾਂਜੀ। ਤਉ ਨ ਸਮ ਸੁਖ ਚੋਂ ਕਹਿ ਏਵਾ। ਮਹਾਰਾਜ ਕਹਿਣ ਲੱਗੇ ਇਹ ਵੀ ਥੋੜਾ ਆਖਿਆ ਤੁਹਾਨੂੰ, ਥੋੜਾ ਆਖਿਆ, ਸੇਵਾ ਦਾ ਤੇ ਹੋਰ ਬੜਾ ਫਲ ਹੈਗਾ। ਕਹਿਣ ਲੱਗੇ 1 ਸਾਲ ਦੇ ਤਪ ਦਾ ਮਹਾਤਮ 1 ਦਿਨ ਦੀ ਸੇਵਾ ਨਾ ਮਿਲਣਾ, ਇਹ ਵੀ ਥੋੜਾ ਕਿਹਾ। ਮਹਾਰਾਜ ਕਹਿੰਦੇ ਸੇਵਾ ਦਾ ਫਲ ਤੇ ਹੋਰ ਵੀ ਜ਼ਿਆਦਾ ਹੈਗਾ। ਹਾਂਜੀ। ਮੇਹੇ ਕੀ ਸੇਵਾ ਕੋ ਦੇਖ। ਮਹਾਰਾਜ ਕਹਿਣ ਲੱਗੇ ਭਾਈ ਮੇਹੇ ਦੀ ਅਸੀਂ ਸੇਵਾ ਨੂੰ ਦੇਖਿਆ ਹੈ। ਭਾਈ ਮੇਹੇ ਨੇ ਦਿਨ ਰਾਤ ਹੀ ਸੇਵਾ ਕੀਤੀ, ਦਿਨ ਰਾਤ ਹੀ ਜੀ। ਹਾਂਜੀ। ਗੁਰੂ ਪ੍ਰਸੰਨ ਭਏ ਸੋ ਵਿਸ਼ੇਖ। ਤੇ ਸੰਗਤ ਜੀ
ਭਾਈ ਮੇਹ ਦੀ ਸੇਵਾ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਵਿਸ਼ੇਸ਼ ਖੁਸ਼ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਸੰਗਤਾਂ ਗੁਰੂ ਕੇ ਮਹਿਲ ਗਈਆਂ, ਮਹਿਸੂਸ ਕਰੋ ਮਹਾਰਾਜ ਸਾਡੇ ਤੇ ਖੁਸ਼ ਹੋਏ ਹੋਣਗੇ ਜੀ। ਥੋੜੀ ਬਹੁਤੀ ਖੁਸ਼ੀ ਤੇ ਮਿਲਦੀ ਹੈ। ਭਾਈ ਮੇਹ ਦੀ ਸੇਵਾ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਜੀ, ਬਹੁਤ ਜ਼ਿਆਦਾ ਖੁਸ਼ ਹੋਏ ਜੀ। ਨਿਕਟ ਬਿਠਾਏ ਕਹਿਓ ਭਗਵੰਤਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਮੇਹ ਸਾਡੇ ਲਾਗੇ ਬੈਠ। ਗੁਰੂ ਤੇਗ ਬਹਾਦਰ ਸਾਹਿਬ ਭਾਈ ਮੇਹਾ ਜੀ ਨੂੰ ਲਾਗੇ ਬਿਠਾ ਕੇ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਨ ਲੱਗੇ। ਆਖੋ ਵਾਹਿਗੁਰੂ। ਅਬ ਸੰਤਨ ਕੋ ਬਨਹੁ ਮਹੰਤਾ। ਮਹਾਰਾਜ ਕਹਿਣ ਲੱਗੇ ਭਾਈ ਮੇਹ ਸੇਵਾ ਕਰਕੇ ਬੰਦਾ ਸੰਤ ਬਣਦਾ, ਜਿੰਨੀ ਸੇਵਾ ਤੂੰ ਕੀਤੀ ਤੈਨੂੰ ਸੰਤਾਂ ਦਾ ਵੀ ਮਹੰਤ ਬਣਾ ਦਿੱਤਾ। ਕਹਿਣ ਲੱਗੇ ਵੇਖੋ ਨਾ ਜੀ, ਕੀੜੇ ਪੈ ਗਏ, ਕੀੜੇ ਸਿਰ ਵਿੱਚ, ਪਰਵਾਹ ਨਹੀਂ ਕੀਤੀ ਜੀ, ਪਰਵਾਹ ਨਹੀਂ ਕੀਤੀ। ਕੁਸ਼ਕ ਕਾਮਨਾ ਚਹ ਵਡਿਆਈ, ਜਾਂ ਤੇ ਲਿਹੋ ਮਹੰਤੀ ਪਾਈ। ਮਹਾਰਾਜ ਕਹਿਣ ਲੱਗੇ ਕੁਝ ਕਾਮਨਾ ਤੇ ਵਡਿਆਈ ਚਾਹੁੰਦੇ ਹੋ ਤੁਸੀਂ ਵੀ, ਮਹਾਰਾਜ ਤੁਹਾਡੀ ਮਿਹਰ ਨਾਲ ਵਡਿਆਈ ਨਹੀਂ ਚਾਹੀਦੀ। ਮਹਾਰਾਜ ਕਹਿੰਦੇ ਅਸੀਂ ਦੇਣੀ ਚਾਹੁੰਦੇ ਆ ਤੁਹਾਨੂੰ, ਇਸ ਕਰਕੇ ਤੁਹਾਨੂੰ ਮਹੰਤ ਬਣਾਇਆ। ਮਹਾਰਾਜ ਕਹਿਣ ਲੱਗੇ ਸੰਤਾਂ ਤੋਂ ਵੀ ਉੱਤੇ ਬਣਾਇਆ ਜੀ। ਸਿਰ ਕੇ ਕਿਰਮ ਬਨਹੇ ਸਿੱਖ ਤੇਰੇ। ਇਹ ਜਿੰਨੇ ਸਿਰ 'ਚ ਕੀੜੇ ਸਨ ਨਾ, ਤੇਰੇ ਸਿਰ 'ਚ ਕੀੜੇ ਨੇ, ਉਹਨਾਂ ਨੂੰ ਤੂੰ ਸਾਂਭਿਆ। ਆਖਿਆ ਇਹ ਥੱਲੇ ਮਰ ਨਾ ਜਾਣ, ਮੇਰੇ ਸਿਰ ਦਾ ਮਾਸ ਖਾਈ ਜਾਣ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰੇ ਤੇਰੇ ਸੇਵਾਦਾਰ ਬਣਨਗੇ। ਹੁਣ ਕਹਿਣ ਲੱਗੇ ਸਾਰੇ ਤੇਰੀ ਸੇਵਾ ਕਰਿਆ ਕਰਨਗੇ। ਆਖੋ ਵਾਹਿਗੁਰੂ। ਹਾਂਜੀ। ਤੂੰ ਇਨ ਚਾਹਤ ਸ਼੍ਰੇਅ ਕਨੇਰੇ। ਕਿਉਂ ਤੁਸੀਂ ਚਾਹੁੰਦੇ ਸੀ ਵੀ ਇਹਨਾਂ ਕੀੜਿਆਂ ਦਾ ਵੀ ਭਲਾ ਹੋਵੇ। ਹੁਣ ਇਹ ਕੀੜੇ ਜਦੋਂ ਤੁਹਾਡੀ ਸੇਵਾ ਕਰਨਗੇ ਨਾ ਮਨੁੱਖਾ ਤਨ ਧਾਰ ਕੇ, ਫਿਰ ਇਹਨਾਂ ਦਾ ਭਲਾ ਹੋਏਗਾ। ਕਹਿਣ ਲੱਗੇ ਹਾਂਜੀ। ਸੇਵਾ ਕੋ ਫਲ ਲਿਹੋ ਮਹਾਨ। ਸੇਵਾ ਦਾ ਬੜਾ ਵੱਡਾ ਫਲ ਹੈ। ਮਹਾਰਾਜ ਕਹਿੰਦੇ ਮਹਾਨ ਫਲ ਹੈ, ਉਹ ਹੁਣ ਤੂੰ ਪ੍ਰਾਪਤ ਕੀਤਾ ਹੈ। ਹਾਂਜੀ। ਉਪਜਹਿ ਉਰਮੈ ਬ੍ਰਹਮ ਗਿਆਨ। ਕੀ ਮਹੰਤੀ ਦੇਣਾ ਮਹਾਨ ਫਲ ਹੈ? ਨਹੀਂ। ਮਹਾਰਾਜ ਕਹਿੰਦੇ ਸੇਵਾ ਦਾ ਫਲ ਤੈਨੂੰ ਦੇਣ ਲੱਗੇ ਆ ਭਾਈ ਮੇਹ, ਤੈਨੂੰ ਬ੍ਰਹਮ ਗਿਆਨੀ ਬਣਾਇਆ। ਕਹਿਣ ਲੱਗੇ ਤੇਰੇ ਅੰਦਰ ਬ੍ਰਹਮ ਗਿਆਨ ਪੈਦਾ ਹੋਏਗਾ। ਸੰਗਤ ਜੀ ਭਾਈ ਮੇਹਾ ਜੀ ਬ੍ਰਹਮ ਗਿਆਨੀ ਸਿੱਖ ਹੋਏ ਫਿਰ ਜੀ। ਆਖੋ ਵਾਹਿਗੁਰੂ। ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ ਜੀ। ਗੁਰੂ ਤੇਗ ਬਹਾਦਰ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਇਆ ਜੀ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਹਾਂਜੀ। ਇਮ ਕਹਿ ਦਇਆ ਦ੍ਰਿਸ਼ਟ ਕੋ ਦੇਖਾ। ਹੁਣ ਇਹ ਬਚਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਮਿਹਰ ਦੀ ਦ੍ਰਿਸ਼ਟੀ ਪਾਈ ਦੀ ਭਾਈ ਮੇਹ ਤੇ ਜੀ। ਧਿਆਨ ਨਾਲ ਦੇਖਿਆ, ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ। ਵੇਖਣ ਵਿੱਚ ਵੀ ਫਰਕ ਹੁੰਦਾ ਜੀ। ਹਾਂਜੀ। ਕੋਈ ਕਿਸੇ ਨਾਲ ਪਿਆਰ ਨਾਲ ਵੇਖੇ ਉਹਦਾ ਮਨ ਖੁਸ਼ ਹੋ ਜਾਂਦਾ ਜੀ। ਅੱਖਾਂ ਕੱਢ ਕੇ ਵੇਖੇ ਉਹਦਾ ਮਨ ਦੁਖੀ ਕਰ ਦੇਗਾ ਜੀ, ਜਾਂ ਉਹ ਵੀ ਅੱਖਾਂ ਕੱਢੇਗਾ ਅੱਗੋਂ ਜੀ। ਆਮ ਤੇ ਗੁਰੂ ਸਾਹਿਬ ਸਭ ਨੂੰ ਹੀ ਵੇਖਦੇ ਆ, ਫਿਰ ਕਿਸੇ ਉੱਤੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਦੇ ਆ। ਹਾਂਜੀ। ਤਤ ਛਿਨ ਹਿਰਦੈ ਪ੍ਰਕਾਸ਼ ਵਿਸ਼ੇਖਾ। ਬਸ ਫਿਰ ਜਦੋਂ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮੇਹਾ ਜੀ ਵੱਲ ਦੇਖਿਆ, ਉਸੇ ਵੇਲੇ ਹੀ ਹਿਰਦੇ 'ਚ ਬ੍ਰਹਮ ਗਿਆਨ ਪੈਦਾ ਹੋ ਗਿਆ ਜੀ। ਭਾਈ ਮੇਹਾ ਜੀ ਬ੍ਰਹਮ ਗਿਆਨੀ ਬਣੇ। ਆਖੋ ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ। ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ। ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ। ਕਿਉਂ? ਬੜੀ ਸੇਵਾ ਕੀਤੀ, ਕਿਸੇ ਨਾਲ ਵਾਹ ਨਹੀਂ ਰੱਖਿਆ ਜੀ। ਇੰਨੀ ਸੇਵਾ ਕੀਤੀ, ਗੁਰੂ ਨੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਜੀ ਫਿਰ ਜੀ। ਹਾਂਜੀ। ਭਾਪ ਪੀਲਕਾ ਤੇ ਵੱਡ ਸ਼ੇਰ। ਕਹਿੰਦੇ ਮਾਨੋ ਭਾਪ ਪੀਲਕਾ, ਨਿੱਕੀ ਜੀ ਕੀੜੀ ਹੋਵੇ ਜੀ, ਨਿੱਕੀ ਜੀ ਕੀੜੀ ਕਿਸੇ ਨੂੰ ਵੇਖਦੀ ਨਹੀਂ ਜੀ, ਤੁਰਦੀ, ਪਰ ਉਹ ਇੱਕਦਮ ਹੀ ਜਿਵੇਂ ਸ਼ੇਰ ਬਣ ਜਾਂਦੀ ਹੈ। ਕਿੰਨੀ ਅਵਸਥਾ ਬਣਦੀ। ਇਸੇ ਤਰ੍ਹਾਂ ਹੀ ਭਾਈ ਮੇਹਾ ਜੀ ਪਹਿਲਾਂ ਨਿੱਕੀ ਜੀ ਕੀੜੀ ਦੀ ਨਿਆਈ ਸਨ,
ਮਹਾਰਾਜ ਨੇ ਸ਼ੇਰ ਵਰਗਾ ਬਣਾ ਦਿੱਤਾ ਜੀ। ਹਾਂਜੀ। ਰਜ ਕਨਕਾ ਤੇ ਬਨਗਾ ਮੇਰ। ਕਹਿਣ ਲੱਗੇ ਮਾਨੋ ਨਿੱਕਾ ਜਿਹਾ ਕਿਣਕਾ ਸੀ ਭਾਈ ਮੇਹਾਂ ਦੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਭਾਈ ਮੇਹਾਂ ਜੀ ਨੂੰ ਸੁਮੇਰ ਪਰਬਤ ਜਿੰਨਾ ਵੱਡਾ ਕਰ ਦਿੱਤਾ ਜੀ। ਇਹ ਸਤਿਗੁਰੂ ਦੀ ਮਿਹਰ ਦੀ ਖੇਡ ਹੈ, ਗੁਰੂ ਦੀ ਦ੍ਰਿਸ਼ਟੀ ਦੀ ਖੇਡ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਸਹਿਜ ਸਮਾਈਐ, ਸੱਚ ਸਮਾਈਐ। ਅਖੀਰ ਤੇ ਮਹਾਰਾਜ ਲਿਖਦੇ ਜੀ, ਗੁਰੂ ਦਿਆਲੂ ਹੋਵੇ ਜੰਮ ਦੀ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੀ। ਐਨ ਮਹਾਰਾਜ ਖੁਸ਼ ਹੋਏ ਭਾਈ ਮੇਹੇ ਤੇ, ਕਹਿੰਦੇ ਨਿੱਕੇ ਜੇ ਧੂੜ ਦੇ ਕਿਣਕੇ ਵਰਗਾ ਜੀਵਨ ਸੀ ਪਹਿਲਾਂ, ਮਹਾਰਾਜ ਨੇ ਪਹਾੜ ਵਰਗਾ ਬਣਾ ਦਿੱਤਾ ਜੀ। ਜੈ ਜੈਕਾਰਾਂ ਕਰਾ ਦਿੱਤੀਆਂ ਜੀ, ਬੰਦਾ ਕਰਕੇ ਤੇ ਵੇਖੇ ਜੀ। ਹਾਂਜੀ। ਹਾਥ ਜੋਰ ਪੁਨ ਬੰਦਨ ਕੀਨਸ। ਨਿੱਕੀ ਜੀ ਕੀੜੀ ਵਰਗੇ ਸਨ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੇਰ ਵਰਗਾ ਕਰ ਦਿੱਤਾ ਜੀ। ਭਾਈ ਮੇਹਾਂ ਜੀ ਨੂੰ ਉੱਥੇ ਬੈਠਿਆਂ ਹੀ ਆਗਮ ਨਿਗਮ ਦੀ ਸੋਝੀ ਹੋ ਗਈ ਜੀ। ਉੱਥੇ ਬੈਠਿਆਂ ਹੀ ਭਾਈ ਮੇਹੇ ਤੇ ਮਿਹਰ ਹੋ ਗਈ। ਭਾਈ ਮੇਹੇ ਨੂੰ ਸਭ ਗਿਆਨ ਧਿਆਨ ਅੰਦਰ ਹੀ ਪ੍ਰਗਟ ਹੋ ਗਿਆ ਜੀ। ਤੇ ਸੰਗਤ ਜੀ, ਭਾਈ ਮੇਹੇ ਨੇ ਨਾ ਹੱਥ ਜੋੜ ਕੇ ਸਿਰ ਨਵਾ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਗੁਰੂ ਜੀ ਦੇ ਚਰਨਾਂ 'ਚ ਸਿਰ ਰੱਖਿਆ ਜੀ। ਫਿਰ ਜੀ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਜੀ ਦਾ ਜੀ। ਹਾਂਜੀ। ਮਹਾ ਅਮਿਤ ਗੁਰ ਮਹਿਮਾ ਚੀਨਸ। ਕੱਢ ਕੇ ਆਖੋ ਵਾਹਿਗੁਰੂ। ਭਾਈ ਮੇਹਾਂ ਜੀ ਆਪਣੇ ਮਨ 'ਚ ਵਿਚਾਰਦੇ, ਹੁਣ ਬ੍ਰਹਮ ਗਿਆਨੀ ਨੇ, ਭਾਈ ਮੇਹਾਂ ਜੀ ਵਿਚਾਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਮਹਿਮਾ ਹੈ ਨਾ, ਉਹ ਮਹਾਨ ਹੈ। ਕਹਿਣ ਲੱਗੇ, ਫਿਰ ਪੰਕਤੀ ਪੜਿਓ। ਮਹਾ ਅਮਿਤ ਗੁਰ ਮਹਿਮਾ ਚੀਨਸ। ਮਹਾਨ ਮਹਿਮਾ ਸੱਚੇ ਪਾਤਸ਼ਾਹ ਜੀ ਦੀ ਹੈ, ਔਰ ਅਮਿਤ ਹੈ, ਮਿਟ ਨਹੀਂ ਸਕਦੀ ਜੀ। ਗੁਰੂ ਜਿਹਨੂੰ ਚਾਹਵੇ ਦਾਤਾ ਬਣਾ ਸਕਦਾ ਹੈ ਜੀ। ਗੁਰੂ ਸਾਹਿਬ ਆਪ ਦਾਤੇ ਨੇ, ਕੰਗਾਲ ਦੇ ਸਿਰ ਤੇ ਹੱਥ ਰੱਖ ਦੇਣ ਉਹਨੂੰ ਇੱਕ ਖਿੰਨ 'ਚ ਦਾਤੇ ਬਣਾ ਸਕਦੇ ਆ। ਬੰਦਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਤੇ ਵੇਖੇ ਜੀ। ਮੈਂ ਵੇਖਿਆ ਜੀ ਬੜੇ ਬੜੇ ਗਰੀਬ ਬੰਦੇ ਜੀ, ਜਿਨ੍ਹਾਂ ਗੁਰੂ ਘਰ ਦੀ ਸੇਵਾ ਕੀਤੀ, ਗੁਰੂ ਨੇ ਕਮੀਆਂ ਨਹੀਂ ਰਹਿਣ ਦਿੱਤੀਆਂ ਕੋਈ ਜੀ। ਕੱਲੀ ਬਾਹਰ ਦੀ ਫਿਰ ਬਖਸ਼ਿਸ਼ ਨਹੀਂ ਕਰਦੇ, ਅੰਦਰ ਦੀ ਬਖਸ਼ਿਸ਼ ਵੀ ਸਤਿਗੁਰੂ ਕਰਦੇ ਜੀ। ਇੱਕ ਖਿੰਨ 'ਚ ਭਾਈ ਮੇਹਾਂ ਨੂੰ ਬ੍ਰਹਮ ਗਿਆਨੀ ਬਣਾਇਆ ਜੀ। ਗੁਰੂ ਸਾਹਿਬ ਰੁੱਖ ਨੇ ਜੀ, ਇੱਕ ਰੁੱਖ ਨੂੰ ਬੜੇ ਪੱਤੇ ਹੁੰਦੇ ਆ। ਜਿੰਨੇ ਬ੍ਰਹਮ ਗਿਆਨੀ ਜੀਵ ਨੇ ਨਾ, ਉਹ ਪੱਤਿਆਂ ਦੀ ਨਿਆਈ ਨੇ, ਗੁਰੂ ਸਾਹਿਬ ਰੁੱਖ ਦੀ ਨਿਆਈ ਨੇ। ਹਾਂਜੀ। ਦਖਣੀ ਬੈਲ ਹੁਤੋ ਗੁਰ ਡੇਰੇ। ਦੱਖਣ ਦੇ ਇਲਾਕੇ ਦਾ ਇੱਕ ਬੈਲ ਸੀਗਾ ਜੀ ਮਹਾਰਾਜ ਦੇ ਡੇਰੇ 'ਚ ਜੀ। ਮਹਾਰਾਜ ਨੇ ਉਹ ਭਾਈ ਮੇਹੇ ਨੂੰ ਦਿੱਤਾ ਜੀ। ਵੈਸੇ ਹੁਣ ਭਾਈ ਮੇਹੇ ਨੂੰ ਸੇਵਾ ਦੀ ਲੋੜ ਨਹੀਂ ਰਹੀ ਜੀ। ਜਿਸ ਕੰਮ ਵਾਸਤੇ ਸੇਵਾ ਤੇ ਸਿਮਰਨ ਕਰਨਾ ਹੈ ਨਾ, ਉਹ ਕੰਮ ਤੇ ਬਣ ਗਿਆ ਜੀ ਉਹਨਾਂ ਦਾ, ਰੱਬ ਨਾਲ ਤੇ ਮੇਲਾ ਹੋ ਗਿਆ ਜੀ ਉਹਨਾਂ ਦਾ ਜੀ। ਪਰ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ, ਸਭ ਤੇ ਨੀਚਾ। ਬ੍ਰਹਮ ਗਿਆਨੀ ਹੁੰਦਾ ਉੱਚਾ, ਪਰ ਮਨੋਂ ਨੀਵਾਂ ਹੁੰਦਾ ਜੀ। ਬ੍ਰਹਮ ਗਿਆਨੀ ਦੀ ਪਛਾਣ ਹੈ ਇਹ। ਆਖੋ ਵਾਹਿਗੁਰੂ। ਵਾਹਿਗੁਰੂ। ਸਾਰੇ ਆਖਿਆ ਕਰੋ, ਸਾਰਿਆਂ ਦੀ ਹਾਜ਼ਰੀ ਲੱਗਦੀ ਹੈ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬ੍ਰਹਮ ਗਿਆਨੀ ਬਣਾਇਆ, ਇਹ ਨਹੀਂ ਵੀ ਹੁਣ ਤੂੰ ਸੇਵਾ ਨਹੀਂ ਕਰਨੀ, ਮਹਾਰਾਜ ਨੇ ਦੱਖਣੀ ਬੈਲ ਦਿੱਤਾ ਜੀ। ਹਾਂਜੀ। ਸੁੰਦਰ ਤਨ ਪਰਮਾਨ ਵਡੇਰੇ। ਉਹ ਜਿਹੜਾ ਦੱਖਣੀ ਬੈਲ ਗੁਰੂ ਸਾਹਿਬ ਜੀ ਦੇ ਹਜ਼ੂਰ ਸੀ, ਬਲਦ ਬੜਾ ਸੋਹਣਾ ਸੀਗਾ ਜੀ। 2 ਸਨ ਜੀ ਉਹ ਜੀ, ਵੱਡਾ ਸਰੀਰ ਸੀਗਾ ਜੀ ਉਹਦਾ ਜੀ। ਹਾਂਜੀ। ਮੇਹੇ ਕੋਸੋ ਬਖਸ਼ਿਸ਼ ਕੀਨ। ਮਹਾਰਾਜ ਨੇ ਭਾਈ ਮੇਹੇ ਨੂੰ ਦੇ ਦਿੱਤੇ ਜੀ ਉਹ। ਹਾਂਜੀ। ਦੀਰਘ ਏਕ ਦਮਾਮੋ ਦੀਨ। ਨਾਲ ਇੱਕ ਦਮਾਮਾ ਵੀ ਦਿੱਤਾ, ਨਗਾਰਾ ਵੀ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਵੈਸੇ
ਨਗਾਰਾ ਗੁਰੂ ਦਾ ਹੀ ਹੁੰਦਾ ਹੈ, ਪਰ ਭਾਈ ਮੇਹੇ ਨੂੰ ਵੀ ਮਹਾਰਾਜ ਨੇ ਨਗਾਰਾ ਬਖਸ਼ਿਆ ਜੀ। ਹਾਂਜੀ, ਇੱਕ ਝੰਡਾ ਭਗਵੋ ਬਨਵਾਇਓ, ਇੱਕ ਭਗਵੇਂ ਰੰਗ ਦਾ ਝੰਡਾ ਬਣਵਾ ਕੇ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮੇਹਾ ਭਾ ਮਹੰਤ ਹਰਖਾਇਓ, ਭਾਈ ਮੇਹੇ ਨੂੰ ਮਹੰਤੀ ਦਿੱਤੀ ਜੀ। ਬਹੁਤ ਬੰਦੇ ਭਾਈ ਮੇਹੇ ਦੇ ਨਾਲ ਤੁਰੇ ਜੀ। ਮਹਾਰਾਜ ਨੇ ਕਿਹਾ ਭਾਈ ਮੇਹੇ ਅੱਗੇ ਪਾਣੀ ਦੀਆਂ ਗਾਗਰਾਂ ਸਿਰ ਤੇ ਰੱਖ ਕੇ ਲੈ ਕੇ ਆਉਂਦੇ ਸੀਗੇ, ਸੇਵਾ ਨਹੀਂ ਛੱਡਣੀ। ਆ 2 ਬਲਦ ਲੈ ਲਓ, ਗੱਡਾ ਲੈ ਲਓ, ਨਗਾਰਾ ਲੈ ਲਓ, ਝੰਡਾ ਲੈ ਲਓ, ਗਾਗਰਾਂ ਲੈ ਲਓ, ਇਹਨਾਂ ਵਿੱਚ ਪਾਣੀ ਢੋਇਆ ਕਰੋ। ਕਹਿਣ ਲੱਗੇ ਇਹਨਾਂ 'ਚ ਪਾਣੀ ਢੋਇਆ ਕਰੋ। ਭਾਈ ਮੇਹੇ ਦੀ ਅਵਸਥਾ ਫਿਰ ਵੱਡੀ ਬਣੀ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਗੱਦੀ ਤੇ ਬੈਠੇ, ਭਾਈ ਮੇਹਾ ਜੀ ਵਿਚਰਦੇ ਹੁੰਦੇ ਸਨ। ਫਿਰ ਬਲਦ ਲੈ ਕੇ ਨਾ, ਨਾਲ ਬੜੇ ਪ੍ਰੇਮੀ ਹੁੰਦੇ ਸੀ, ਪ੍ਰਚਾਰ ਕਰਦੇ ਸੀ ਗੁਰੂ ਸਾਹਿਬ ਦੇ ਘਰ ਦਾ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਤੇ ਭਾਈ ਮੇਹਾ ਜੀ ਨੇ ਨਗਾਰਾ ਖੜਕਾ ਦਿੱਤਾ ਜੀ। ਹੁਣ ਨਗਾਰੇ ਦੀ ਆਵਾਜ਼ ਆਈ। ਮਹਾਰਾਜ ਧਿਆਨ 'ਚ ਬੈਠੇ ਸੀ। ਮਹਾਰਾਜ ਕਹਿੰਦੇ ਖੋਲੋ ਨਗਾਰਾ ਜਿਹਦੇ ਕੋਲ ਹੈਗਾ। ਧਿਆਨ ਨਾਲ ਸੁਣਿਓ, ਭਾਈ ਮੇਹੇ ਨੇ ਜਾਇਦਾਦ ਨਹੀਂ ਬਣਾਈ ਹੈ। ਜਦੋਂ ਮਹਾਰਾਜ ਕਹਿੰਦੇ ਨਾ ਖੋਲੋ, ਸਿੱਖਾਂ ਨੇ ਗੁਰੂ ਜੀ ਦਾ ਹੁਕਮ ਮੰਨਿਆ, ਭਾਈ ਮੇਹੇ ਕੋਲੋਂ ਨਗਾਰਾ ਲੈ ਲਿਆ। ਭਾਈ ਮੇਹਾ ਜੀ ਐ ਨਿਮਰਤਾ ਨਾਲ ਮਹਾਰਾਜ ਦੇ ਸਾਹਮਣੇ ਆ ਗਏ, ਹੱਥ ਜੋੜ ਕੇ ਕਹਿੰਦੇ ਸਤਿਗੁਰੂ ਹੁਣ ਮੈਨੂੰ ਕੀ ਹੁਕਮ ਹੈ। ਮਹਾਰਾਜ ਕਹਿੰਦੇ ਕੀ ਗੱਲ। ਮਹਾਰਾਜ ਤੁਸੀਂ ਨਗਾਰਾ ਦਿੱਤਾ, ਤੁਸੀਂ ਲੈ ਲਿਆ, ਮੈਂ ਤੇ ਸੇਵਾਦਾਰ ਹਾਂ ਨਾ, ਮੈਨੂੰ ਦੱਸੋ ਮੈਂ ਹੁਣ ਸੇਵਾ ਕੀ ਕਰਾਂ। ਕਹਿਣ ਲੱਗੀ ਤੁਸੀਂ ਦਿੱਤਾ, ਤੁਸੀਂ ਲੈ ਲਿਆ, ਹੁਣ ਦੱਸੋ ਹੁਣ ਕੀ ਕਰਨਾ, ਸੇਵਕ ਲਈ ਕੀ ਹੁਕਮ ਹੈ। ਮਹਾਰਾਜ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਤੁਹਾਨੂੰ ਤੇ ਵੱਡੇ ਗੁਰੂ ਨੇ ਦਿੱਤਾ, ਕੌਣ ਲੈ ਸਕਦਾ। ਸਿੱਖੋ ਨਗਾਰਾ ਵਾਪਸ ਦਿਓ। ਕਹਿਣ ਲੱਗੇ ਵਾਪਸ ਦੇ ਦਿਓ। ਹੋਰ ਕੋਈ ਬੰਦਾ ਹੁੰਦਾ ਉਹਦੇ ਮਨ ਤੇ ਬੋਝ ਪੈ ਜਾਣਾ ਸੀ, ਉਹਨੇ ਕਹਿਣਾ ਇਹ ਕੀ ਹੋ ਗਿਆ ਮੇਰੇ ਨਾਲ। ਭਾਈ ਮੇਹਾ ਜੀ ਵਡਿਆਈ ਨਾਲ ਨਹੀਂ ਜੁੜੇ, ਭਾਈ ਮੇਹਾ ਜੀ ਜੁੜੇ ਗੁਰੂ ਸਾਹਿਬ ਨਾਲ ਰਹੇ। ਮਹਾਰਾਜ ਤੁਸੀਂ ਦਿੱਤਾ, ਤੁਸੀਂ ਲੈ ਲਿਆ, ਮੈਂ ਸੇਵਾਦਾਰ ਹਾਂ, ਹੁਣ ਦੱਸੋ ਕੀ ਹੁਕਮ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਮਹੰਤੀ ਦਿੱਤੀ, ਗੱਡਾ ਦਿੱਤਾ, ਨਗਾਰਾ ਦਿੱਤਾ, ਬਲਦ ਦਿੱਤੇ, ਝੰਡਾ ਦਿੱਤਾ, ਸਿੱਖ ਦਿੱਤੇ ਨਾਲ। ਕਿੱਥੇ ਇਕੱਲੇ ਹੀ ਵਿਚਰਦੇ ਹੁੰਦੇ ਸੀਗੇ ਜੀ। ਹਾਂਜੀ, ਹਤੇ ਕਸ਼ਟਲੇ ਦਾਨ ਮਹਾਨਾ, ਜਿੰਨਾ ਕਸ਼ਟ ਸਿਆ ਸੀਗਾ ਨਾ ਓਨਾ ਹੀ ਵੱਡਾ ਦਾਨ ਦਿੱਤਾ ਮਹਾਰਾਜ ਨੇ ਜੀ। ਹਾਂਜੀ, ਸਤਿਗੁਰ ਪਾਰ ਬ੍ਰਹਮ ਕਰ ਜਾਨਾ। ਭਾਈ ਮੇਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਜਾਣਿਆ ਜੀ। ਹੁਣ ਭਾਈ ਮੇਹਾ ਜੀ ਬ੍ਰਹਮ ਗਿਆਨੀ ਹੈ। ਭਾਈ ਮੇਹਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਾਰ ਬ੍ਰਹਮ ਜਾਣਿਆ ਜੀ। ਪਤਾ ਲੱਗ ਗਿਆ ਜੇ ਰੱਬ ਧਰਤੀ ਤੇ ਹੈ ਤੇ ਰੱਬ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਕ ਵਾਰੀ ਪਿਆਰ ਨਾਲ ਕਹਿ ਦੋ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਤ ਆਵੈ ਧਾਏ, ਤੇਗ ਬਹਾਦਰ ਸਿਮਰਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣਿਆ। ਗੁਰੂ ਤੇਗ ਬਹਾਦਰ ਸਾਹਿਬ ਠੀਕ ਹੈ ਮਨੁੱਖਾਂ ਵਾਲਾ ਸਰੀਰ ਹੈ, ਗੁਰੂ ਤੇਗ ਬਹਾਦਰ ਸਾਹਿਬ ਆਪ ਰੱਬ ਹਨ, ਆਪ ਪਰਮੇਸ਼ਰ ਹਨ। ਇਹ ਆਮ ਵਿਅਕਤੀ ਨਹੀਂ ਕਹਿ ਰਿਹਾ, ਇੱਕ ਬ੍ਰਹਮ ਗਿਆਨੀ ਸਿੱਖ ਨੇ ਕਿਹਾ ਜੀ। ਹਾਂਜੀ, ਵਿਚਰਤ ਭਇਓ ਮਹਾ ਮਤ ਧੀਰ, ਬੜੇ ਮਹਾਨ ਮਤ ਵਾਲੇ, ਧੀਰਜ ਵਾਲੇ ਭਾਈ ਮੇਹਾ ਜੀ ਵਿਚਰਨ ਲੱਗੇ। ਪ੍ਰਥਮ ਕਰਿਓ ਚੇਲਾ ਲਖਮੀਰ, ਪਹਿਲਾ ਚੇਲਾ ਜਿਹੜਾ ਬਣਿਆ ਉਹਦਾ ਨਾਮ ਲਖਮੀਰ ਸੀਗਾ ਜੀ। ਫਿਰ ਜੀ ਹਾਂਜੀ, ਗੁਰੂ ਪਾਦਕਾ ਕਰੀ ਪੁਜਾਵਨ। ਮਹਾਰਾਜ ਗਰੀਬ ਨਵਾਜ ਜੀ ਨੇ ਖੜਾਵਾਂ ਵੀ ਦਿੱਤੀਆਂ ਜੀ ਇਹਨਾਂ ਨੂੰ ਖੁਸ਼ ਹੋ ਕੇ ਜੀ। ਭਾਈ ਮੇਹਾ ਜੀ ਜਿੱਥੇ ਜਾਂਦੇ ਆ ਬ੍ਰਹਮ ਗਿਆਨੀ ਹੋ ਕੇ ਵੀ ਗੁਰੂ ਦੀਆਂ ਖੜਾਵਾਂ ਦੀ ਪੂਜਾ ਕਰਦੇ ਆ ਜੀ। ਇਹ ਮੇਰੇ ਸਤਿਗੁਰੂ ਦੀਆਂ ਨੇ, ਇਹ ਮੇਰੇ ਮਾਲਕ ਦੀਆਂ ਨੇ।
ਹਾਂਜੀ। ਗੁਰ ਮਹਿਮਾ ਬੜ ਕੀਨ ਜਨਾਵਨ। ਮਹਾਰਾਜ ਜੀ ਦੀ ਵੱਡੀ ਮਹਿਮਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫਿਰ ਭਾਈ ਮੇਹਾ ਜੀ ਨੇ ਫੈਲਾਈ ਜੀ। ਹਾਂਜੀ। ਇਸ ਪ੍ਰਕਾਰ ਕਰਕੇ ਗੁਰ ਸੇਵਾ। ਇਸ ਤਰੀਕੇ ਨਾਲ ਸੇਵਾ ਕਰਕੇ ਨੀਵੇਂ ਰਹਿ ਕੇ ਭਾ ਮਹੰਤ ਮੇਹਾ ਸੁਖ ਲੇਵਾ। ਭਾਈ ਮਹੰਤ ਜੀ, ਵਾਹਿਗੁਰੂ ਭਾਈ ਮੇਹਾ ਜੀ ਮਹੰਤ ਵੀ ਬਣੇ, ਬ੍ਰਹਮ ਗਿਆਨ ਦੀ ਦਾਤ ਵੀ ਮਿਲੀ, ਵਡਿਆਈਆਂ ਵੀ ਮਿਲੀਆਂ। ਗੁਰੂ ਘਰੋਂ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਭਾਈ ਮੇਹਾ ਜੀ ਨੂੰ ਨਹੀਂ ਮਿਲੀ ਜੀ। ਫਿਰ ਜੀ ਸਭ ਕੁਝ ਹੀ ਮਿਲ ਗਿਆ ਜੀ। ਆਖੋ ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ। ਧੰਨ ਧੰਨ ਭਾਈ ਮੇਹਾ ਜੀ ਬ੍ਰਹਮ ਗਿਆਨੀ। ਦੋਨੋਂ ਲੋਕਨ ਕੀ ਵਡਿਆਈ। ਦੋ ਲੋਕਾਂ ਦੀ ਵਡਿਆਈ ਜੀ। ਥੋੜੀ ਮੋਤੀ ਮਾੜੀ ਮੋਟੀ ਦੀ ਵਡਿਆਈ ਵਾਸਤੇ ਮੈਂ ਤਰਸਦੇ ਹੋਏ ਬੰਦੇ ਵੇਖੇ ਜੀ। ਰਾਜਨੀਤਿਕ ਬੰਦਿਆਂ ਦੇ ਪੈਰ ਚੱਟਦੇ ਹੋਏ ਵੇਖੇ ਜੀ। ਹਾਂਜੀ, ਵੀ ਸਾਨੂੰ ਵਡਿਆਈ ਮਿਲ ਜੇ, ਮਾੜੂ ਮੋਟ ਦੀ ਵਡਿਆਈ ਦੀ। ਦੋਨਾਂ ਲੋਕਾਂ ਦੀ ਜਿਹੜੀ ਵਡਿਆਈ ਹੈ, ਹਾਂਜੀ, ਗੁਰ ਸੇਵਾ ਤੇ ਤਤ ਛਿਨ ਪਾਈ। ਭਾਈ ਮੇਹਾ ਜੀ ਨੇ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਤੁਰੰਤ ਹੀ ਪਾ ਲਈ ਜੀ। ਦੋਵਾਂ ਲੋਕਾਂ ਦੀ ਵਡਿਆਈ ਜੀ। ਹਾਂਜੀ। ਇਮ ਤਿਸ ਗ੍ਰਾਮ ਬਾਸ ਕੋ ਕਰਤੇ। ਇਸ ਤਰੀਕੇ ਦੇ ਨਾਲ ਮਹਾਰਾਜ ਧਮਧਾਨ ਸਾਹਿਬ ਰਹਿ ਕੇ ਬੜਿਆਂ ਨੂੰ ਤਾਰਦੇ, ਬੜਿਆਂ ਤੇ ਬਖਸ਼ਿਸ਼ਾਂ ਕਰਦੇ ਜੀ। ਅਨੇਕ ਪ੍ਰਕਾਰਨ ਵਿਚਰਨ ਚਰਤੇ। ਤੇ ਮਹਾਰਾਜ ਵਿਚਰਦੇ ਆ ਸੱਚੇ ਪਾਤਸ਼ਾਹ। ਵਿਚਰਦਿਆਂ ਵਿਚਰਦਿਆਂ ਬੜਿਆਂ ਸਥਾਨਾਂ ਤੇ ਮਹਾਰਾਜ ਗਰੀਬ ਨਵਾਜ ਗਏ, ਬੜਿਆਂ ਤੇ ਮਿਹਰਾਂ ਕੀਤੀਆਂ, ਬੜਿਆਂ ਤੇ ਬਖਸ਼ਿਸ਼ਾਂ ਕੀਤੀਆਂ ਜੀ। ਹਾਂਜੀ। ਕਰਹਿ ਅਖੇਰ ਆਏ ਨਿਸ ਡੇਰੇ। ਸ਼ਿਕਾਰ ਵੀ ਖੇਡਦੇ ਆ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ। ਸੰਗਤ ਦਰਸਹਿ ਪਹੁੰਚੇ ਕਨੇਰੇ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਕੋਲ ਆ ਕੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰਦੀਆਂ ਜੀ। ਲਾਭ ਪ੍ਰਾਪਤ ਕਰਦੀਆਂ। ਜਿਨੇ ਜਿਨੇ ਮਹਾਰਾਜ ਦੇ ਬਚਨ ਮੰਨੇ, ਦਰਸ਼ਨ ਕੀਤੇ, ਉਹਨਾਂ ਨੂੰ ਲਾਭ ਮਿਲੇ ਜੀ। ਮਹਾਰਾਜ ਇੱਕ ਪਿੰਡ ਵਿੱਚ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਉੱਥੇ ਮਹਾਰਾਜ ਜਦੋਂ ਗਏ ਤੇ ਮਹਾਰਾਜ ਨੇ ਪੁੱਛਿਆ ਵੀ ਕਿਸੇ ਸਿੱਖ ਦਾ ਘਰ ਹੈਗਾ ਪਿੰਡ 'ਚ? ਇੱਕ ਬੰਦਾ ਕਹਿੰਦਾ ਮਹਾਰਾਜ ਹਾਂ, ਇੱਕ ਸਿੱਖ ਹੈਗਾ, ਪਰ ਮਹਾਰਾਜ ਉਹਨੂੰ ਪਿੰਡ ਵਾਲੇ ਨੂੰ ਨਹੀਂ ਸੀ ਪਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ। ਕਹਿੰਦਾ ਮਹਾਰਾਜ ਸਿੱਖ ਹੈ ਪਰ ਸ਼ਰਧਾ ਥੋੜੀ ਹੈ ਉਹਦੀ। ਮਹਾਰਾਜ ਕਹਿੰਦੇ ਉਹਨੂੰ ਸੱਦ ਕੇ ਲਿਆ। ਉਹ ਬੰਦਾ ਆਇਆ ਜੀ, ਸਿੱਖ ਆਇਆ। ਉਹ ਬੰਦੇ ਨੇ ਉਹਨੂੰ ਮੈਸੇਜ ਦਿੱਤਾ ਵੀ ਕੋਈ ਬਾਹਰ ਆਇਆ, ਬਹੁਤ ਬੰਦੇ ਨੇ ਉਹਦੇ ਨਾਲ, ਘੋੜੇ ਤੇ ਬੈਠੇ ਆ, ਉਹ ਤੇਰੇ ਬਾਰੇ ਪੁੱਛ ਰਹੇ ਆ ਤੇ ਚੱਲ। ਉਹ ਸਿੱਖ ਆਇਆ, ਉਹਨੇ ਵੇਖਿਆ ਵੀ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਬੜਾ ਖੁਸ਼ ਹੋਇਆ। ਮਹਾਰਾਜ ਕਹਿਣ ਲੱਗੇ ਅਸੀਂ ਤੇਰੇ ਘਰ ਰਹਿਣਾ ਹੈ। ਕਹਿਣ ਲੱਗਾ ਮਹਾਰਾਜ ਫਿਰ ਤੁਸੀਂ ਘਰ ਚੱਲੋ। ਸ਼ਰਧਾ ਥੋੜੀ ਸੀ ਨਾ। ਮਹਾਰਾਜ ਤੁਸੀਂ ਚੱਲੋ ਘਰ, ਤੇ ਮੇਰੀ ਅੱਜ ਜ਼ਮੀਨ ਮਿਣਨ ਵਾਲੇ ਆਏ ਆ, ਗਰਦੌਰੀ ਕਰਨ ਵਾਲੇ ਉਹ ਆਏ ਆ, ਜ਼ਮੀਨ ਮਿਲਣੀ ਹੈ ਤੇ ਫਸਲਾਂ ਪੱਕੀਆਂ ਨੇ। ਮਹਾਰਾਜ ਮੇਰੇ ਇੱਥੇ ਦਾਣੇ ਨਾ ਥੋੜੇ ਹੋ ਜਾਣ, ਮੇਰੀ ਜ਼ਮੀਨ ਨਾ ਥੋੜੀ ਹੋਵੇ, ਤੁਸੀਂ ਘਰ ਚੱਲੋ ਤੇ ਮੈਂ ਆਇਆ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕਈਆਂ ਦੇ ਭਾਗ ਜੀ। ਮਹਾਰਾਜ ਕਹਿੰਦੇ ਪਿਆਰਿਆ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ, ਘਰ ਲੈ ਕੇ ਚੱਲ, ਸਭ ਘਾਟੇ ਗੁਰੂ ਨਾਨਕ ਸਾਹਿਬ ਪੂਰੇ ਕਰਨਗੇ। ਮਹਾਰਾਜ ਨੂੰ ਬਿਠਾ ਲਿਆ ਜੀ, ਘਰ ਲੈ ਗਿਆ ਜੀ। ਹਾਂਜੀ। ਧਿਆਨ ਉਧਰ ਹੀ ਰਿਹਾ ਜੀ ਉਹਦਾ ਵੀ ਜ਼ਮੀਨ ਦੀ ਮਿਣਤੀ ਹੋ ਰਹੀ ਹੈ। ਹਾਂਜੀ। ਧਿਆਨ ਉਧਰ ਹੀ ਰਿਹਾ। ਮਹਾਰਾਜ ਨੂੰ ਬਿਠਾ ਕੇ ਕਹਿੰਦਾ ਮਹਾਰਾਜ ਹੁਣ ਤੁਸੀਂ ਬੈਠੋ, ਮੈਂ ਗੇੜਾ ਲਾ ਆਵਾਂ। ਮਹਾਰਾਜ ਕਹਿੰਦੇ ਚੱਲ ਕੋਈ ਨਹੀਂ, ਤੂੰ ਸਾਡਾ ਅੱਧਾ ਬਚਨ ਮੰਨਿਆ। ਹਾਂਜੀ। ਜਿੰਨਾ ਚਿਰ ਤੇ ਉਹ ਸੰਗਤਾਂ ਦੀ ਸੇਵਾ 'ਚ ਰਿਹਾ, ਉਹਨਾਂ ਚਿਰ ਤੇ ਜ਼ਮੀਨ ਦੀ ਮਿਣਤੀ ਜਿਹੜੀ ਸੀਗੀ ਉਹ ਵੱਧ ਹੁੰਦੀ ਰਹੀ, ਤੇ ਜਦੋਂ ਗੁਰੂ ਜੀ ਨੂੰ ਛੱਡ ਕੇ ਜ਼ਮੀਨ ਵਾਲੇ ਪਾਸੇ ਗਿਆ ਉਦੋਂ ਘਟਣੀ ਸ਼ੁਰੂ ਹੋ ਗਈ ਜੀ। ਉਹਨਾਂ ਲਾਭ ਮਿਲਿਆ ਜਿੰਨੀ ਸੇਵਾ ਕੀਤੀ ਜੀ ਉਹਨੇ ਜੀ, ਓਨਾ ਹੀ ਲਾਭ ਮਿਲਿਆ। ਆ ਕੇ ਮਹਾਰਾਜ ਨੂੰ ਦੱਸਿਆ। ਮਹਾਰਾਜ ਕਹਿੰਦੇ ਜੇ ਤੂੰ ਸਾਰਾ ਬਚਨ ਮੰਨਦਾ ਤੇ ਸਾਰੀ ਤੇਰੀ ਹੋ ਜਾਣੀ ਸੀ। ਕਹਿਣ ਲੱਗੇ ਬੰਦਾ ਅੱਧੇ ਬਚਨ ਮੰਨਦਾ ਤੇ ਫਿਰ ਅੱਧਾ ਹੀ ਸੁੱਖ ਭੋਗਦਾ ਜੀ। ਹਾਂਜੀ।
ਅੱਧਾ ਹੀ ਸੁੱਖ ਭੋਗਦਾ। ਮਹਾਰਾਜ ਕਹਿੰਦੇ ਜੇ ਤੂੰ ਸਾਰੇ ਬਚਨ ਮੰਨ ਲੈਂਦਾ ਨਾ, ਸਾਰੀ ਜ਼ਮੀਨ ਹੀ ਤੇਰੀ ਸੀਗੀ। ਮਹਾਰਾਜ ਕਹਿਣ ਲੱਗੇ ਸਾਰੀ ਮਿਣਤੀ ਤੇਰੀ ਹੋਣੀ ਸੀ, ਬਰਕਤਾਂ ਤੈਨੂੰ ਪੈਣੀਆਂ ਸੀਗੀਆਂ। ਪਰ ਉਹਨੇ ਚਲੋ ਫਿਰ ਵੀ ਜਿੰਨਾ ਬਚਨ ਮੰਨਿਆ ਓਨਾ ਲਾਭ ਹੋ ਗਿਆ ਜੀ। ਤੇ ਅੱਗੇ ਇੱਕ ਕਿਸਾਨ ਸੀਗਾ ਜੀ, ਮਹਾਰਾਜ ਉਹਦੇ ਘਰ ਗਏ ਜੀ। ਉਹਦੇ ਘਰ ਠਹਿਰੇ ਤੋਂ ਤੰਬਾਕੂ ਛਕਦਾ, ਹੁੱਕਾ ਪੀਂਦਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਆਰਿਆ, ਹੁੱਕਾ ਪੀਣਾ ਛੱਡ ਦੇ, ਗੁਰੂ ਨਾਨਕ ਸਾਹਿਬ ਤੇਰੇ ਤੇ ਮਿਹਰਾਂ ਕਰ ਦੇਣਗੇ। ਕਹਿੰਦਾ ਮਹਾਰਾਜ ਜੇ ਮੈਂ ਹੁੱਕਾ ਨਾ ਪੀਵਾਂ ਮੈਨੂੰ ਅਫਰੇਵਾ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਤੂੰ ਬਚਨ ਮੰਨ, 7 ਬਚਨ ਕਰ, ਜੇ ਅੱਜ ਤੋਂ ਬਾਅਦ ਹੁੱਕਾ ਪੀਏਗਾ ਤਾਂ ਅਫਰੇਵਾ ਹੋ ਜਾਏਗਾ। ਕਹਿਣ ਲੱਗੇ ਉਹਨੇ 7 ਬਚਨ ਕੀਤਾ ਜੀ, ਅਫਰੇਵਾ ਦੂਰ ਹੋ ਗਿਆ। ਮਹਾਰਾਜ ਕਹਿਣ ਲੱਗੇ ਤੇਰੇ ਪਰਿਵਾਰ 'ਚ ਵੀ ਨਹੀਂ ਕੋਈ ਪੀਣਾ ਚਾਹੀਦਾ। ਤੁਹਾਡੇ ਘਰ 'ਚ ਦੁੱਧ ਖੂਬ ਹੋਏਗਾ, ਮੱਖਣ ਖੂਬ ਹੋਏਗਾ, ਪਦਾਰਥਾਂ ਦੀ ਕਮੀ ਨਹੀਂ ਹੋਏਗੀ। ਕਹਿੰਦਾ ਠੀਕ ਹੈ। ਕਵੀ ਸੰਤੋਖ ਸਿੰਘ ਉਸ ਪਿੰਡ ਵਿੱਚ ਜਾ ਕੇ ਉਹਦੇ ਪਰਿਵਾਰ ਨੂੰ ਮਿਲ ਕੇ ਆਏ। ਜਿੰਨਾ ਚਿਰ ਤੇ ਪਰਿਵਾਰ ਨੇ ਤੰਬਾਕੂ ਨਹੀਂ ਵਰਤਿਆ ਉਹਨਾਂ ਚਿਰ ਤੱਕ ਤੇ ਗੁਰੂ ਦੀਆਂ ਰਹਿਮਤਾਂ ਰਹੀਆਂ। ਜਦੋਂ ਤੰਬਾਕੂ ਵਰਤਣ ਲੱਗਾ ਫਿਰ ਹੌਲੀ ਹੌਲੀ ਖਤਮ ਹੁੰਦੇ ਗਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਇੱਕ ਪਿੰਡ ਵਿੱਚ ਗਏ ਸੱਚੇ ਪਾਤਸ਼ਾਹ, ਇੱਕ ਮਾਤਾ ਦਾਣੇ ਮਹਾਰਾਜ ਦੇ ਹਜ਼ੂਰ ਲੈ ਕੇ ਆਈ ਜੀ। ਕਈਆਂ ਨੂੰ ਨਹੀਂ ਸੀ ਪਤਾ ਹੁੰਦਾ। ਦਾਣੇ ਲੈ ਕੇ ਆਈ, ਮਹਾਰਾਜ ਬੜੇ ਖੁਸ਼ ਹੋਏ ਜੀ। ਉਹਦੇ ਤੇ ਗਰੀਬ ਸੀਗੇ ਤੇ ਥੋੜੇ ਦਾਣੇ ਲੈ ਕੇ ਆਈ। ਮਹਾਰਾਜ ਕਹਿੰਦੇ ਮਾਤਾ ਅਸੀਂ ਰੱਜੇ ਹੋਏ ਆ, ਪਰ ਤੂੰ ਚਾਅ ਕੀਤਾ, ਜਾ ਆਹ ਦਾਣੇ ਆਪਣੀ ਭੜੋਲੀ 'ਚ ਪਾਲਾ। ਕਹਿਣ ਲੱਗੇ ਭੜੋਲੀ 'ਚ ਪਾਲਾ, ਉੱਤੋਂ ਦੇ ਢੱਕਣ, ਕਦੀ ਢੱਕਣ ਨਹੀਂ ਚੁੱਕਣਾ, ਸਾਰੀ ਉਮਰ ਦਾਣੇ ਕੱਢਦੀ ਰਹੇਗੀ, ਦਾਣੇ ਨਹੀਂ ਮੁੱਕਣਗੇ। ਕਹਿਣ ਲੱਗੇ ਮਹਾਰਾਜ ਨੇ ਬਚਨ ਕੀਤਾ ਜੀ। ਉਹਨੇ ਬਚਨ ਕਮਾਇਆ ਜੀ। ਭੜੋਲੀ 'ਚ ਪਾ ਤੇ ਦਾਣੇ ਤੇ ਉੱਤੋਂ ਬੰਨ੍ਹ ਦਿੱਤੀ ਭੜੋਲੀ ਜੀ। ਤੇ ਪਿੰਡਾਂ ਵਾਲਿਆਂ ਨੂੰ ਪਤਾ, ਥੱਲੇ ਵੀ ਕੱਪੜਾ ਦਿੰਦੇ ਆ ਜੀ ਵੀ ਦਾਣੇ ਬਾਹਰ ਨਾ ਆਉਣ ਜੀ। ਜਦੋਂ ਉਹਨੂੰ ਲੋੜ ਹੋਣੀ ਉਹਨੇ ਕੱਪੜਾ ਕੱਢਣਾ, ਦਾਣੇ ਬਾਹਰ ਆ ਜਾਣੇ ਜੀ। ਕਣਕ ਬਾਹਰ ਆ ਗਈ ਜੀ। ਬੜਾ ਲੰਮਾ ਸਮਾਂ ਚੱਲਦਾ ਰਿਹਾ ਜੀ। ਕਦੀ ਨਹੀਂ ਉਹਨਾਂ ਭੜੋਲੀ 'ਚ ਉਸ ਦਿਨ ਤੋਂ ਬਾਅਦ ਦਾਣੇ ਪਾਏ, ਪਰ ਦਾਣੇ ਆਉਂਦੇ ਹੀ ਰਹੇ ਜੀ। ਇੱਕ ਦਿਨ ਨਹੁੰ ਨੇ ਆਖਿਆ ਵੇਖਾਂ ਤੇ ਸਹੀ ਕਿੰਨੇ ਕੁ ਦਾਣੇ ਰਹਿ ਗਏ ਆ। ਗੱਜ ਕੇ ਆਖੋ ਵਾਹਿਗੁਰੂ। ਹੋਰ ਪਾਈਏ ਕਿੰਨੇ ਕੁ ਦਾਣੇ ਰਹਿ ਗਏ ਆ। ਜਦੋਂ ਉਹਨੇ ਢੱਕਣ ਚੁੱਕਿਆ ਤੇ ਭੜੋਲੀ ਖਾਲੀ ਸੀਗੀ ਜੀ। ਹਾਂਜੀ, ਕਹਿੰਦੀ ਇਹਦੇ 'ਚ ਤੇ ਕੁਝ ਵੀ ਨਹੀਂ। ਸੱਸ ਕਹਿਣ ਲੱਗੀ ਇਹ ਤੂੰ ਕੀ ਕੀਤਾ? ਪਤਾ ਤੇ ਸਾਨੂੰ ਵੀ ਸੀ, ਇਹ ਦਾਣੇ ਗੁਰੂ ਤੇਗ ਬਹਾਦਰ ਜੀ ਦੀ ਰਹਿਮਤ ਨਾਲ ਨਿਕਲ ਰਹੇ ਸਨ ਜੀ। ਬੜਾ ਮਹਾਰਾਜ ਸੱਚੇ ਪਾਤਸ਼ਾਹ ਵਿਚਰੇ, ਬੜਿਆਂ ਨੂੰ ਜੋੜਿਆ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ, ਦਰਬ ਵਿਸਾਲ ਸੰਗਤਾਂ ਆਨੈ, ਬਹੁਤ ਦਰਬ ਮਾਇਆ ਸੰਗਤਾਂ ਮਹਾਰਾਜ ਨੂੰ ਭੇਟ ਕਰਦੀਆਂ। ਸਤਿਗੁਰ ਦੇਖ ਕਰਾਏ ਮਹਾਨੈ। ਮਹਾਰਾਜ ਕੋਲ ਨਹੀਂ ਸੀ ਰੱਖਦੇ, ਲੰਗਰ ਲਵਾਉਂਦੇ ਹੁੰਦੇ ਸੀਗੇ ਜੀ। ਖੂਹ ਲਵਾਉਣੇ ਸੱਚੇ ਪਾਤਸ਼ਾਹ ਜੀ ਨੇ, ਲੰਗਰ ਲਵਾਉਣੇ। ਤਉ ਦਰਬ ਇਕਠੋ ਬਹੁ ਹੋਏ, ਫਿਰ ਵੀ ਮਾਇਆ ਮੁੱਕਦੀ ਨਹੀਂ ਸੀ। ਕਿਉਂ? ਕਰ ਨਉ ਨਿਤ ਆਵੈ ਤਹਾਏ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਘਰ ਨਉ ਨਿਤ ਆਵੈ। ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੋਵੇ ਉੱਥੇ ਮਾਇਆ ਨਹੀਂ ਮੁੱਕਦੀ। ਜਿੱਥੇ ਆਪ ਹੀ ਬੈਠੇ ਉੱਥੇ ਕਿਵੇਂ ਮੁੱਕੇਗੀ ਜੀ? ਬਹੁਤ ਮਾਇਆ ਇਕੱਠੀ ਹੋ ਜਾਂਦੀ ਜੀ। ਹਾਂਜੀ, ਜਬ ਸਤਿਗੁਰ ਅਵਲੋਕਤ ਸੋਏ, ਜਦੋਂ ਮਹਾਰਾਜ ਵੇਖਦੇ ਵੀ ਮਾਇਆ ਦੇ ਢੇਰ ਹੀ ਲੱਗ ਗਏ ਆ, ਮਾਇਆ ਬਹੁਤ ਆ ਗਈ ਹੈ। ਹਾਂਜੀ, ਪਰ ਉਪਕਾਰ ਹੇਤ ਸੋ ਦੇਤ। ਮਹਾਰਾਜ ਉਸ ਪਿੰਡ ਨੂੰ ਹੀ ਮਾਇਆ ਦੇ ਆਉਂਦੇ ਸੀਗੇ ਜੀ। ਜਿੱਥੇ ਜਾਂਦੇ ਸੀ ਨਾ, ਲਓ ਭਾਈ ਖੂਹ ਲਵਾ ਲਿਓ, ਇੱਥੇ ਸਰੋਵਰ ਬਣਾ ਲਿਓ, ਇੱਥੇ ਖੂਹ ਬਣਵਾ ਲਿਓ। ਹਾਂਜੀ, ਕੂਪ ਕਹੂੰ ਕਿਤ ਬਾਗ ਲਗੇ, ਕਿਤੇ ਬਾਗ ਵੀ ਬਣਵਾ ਦਿੰਦੇ ਮਹਾਰਾਜ, ਕਿਤੇ ਖੂਹ ਲਵਾ ਦਿੰਦੇ ਮਹਾਰਾਜ। ਹਾਂਜੀ, ਨਹਿ ਸਮੀਪ ਰੱਖਹਿ ਗੋਸਾਈ,
ਜਿਉ ਆਵਤ ਤਿਉ ਦੇਤ ਚਲਾਈ। ਮਤਲਬ ਕੋਲ ਨਹੀਂ ਸੀ ਰੱਖਦੇ, ਜਿਵੇਂ ਮਾਇਆ ਆਉਂਦੀ ਉਵੇਂ ਅੱਗੇ ਵਰਤਾ ਦਿੰਦੇ ਜੀ। ਉਹਦੇ ਵਿੱਚ ਹੀ ਬਰਕਤਾਂ ਨੇ ਜੀ। ਸੋ ਸੱਚੇ ਪਾਤਸ਼ਾਹ ਮਿਹਰ ਕਰਨ। ਭਾਈ ਮੇਹਾ ਜੀ ਨੇ ਬੜੀ ਸੇਵਾ ਕਰਕੇ ਬ੍ਰਹਮ ਗਿਆਨ ਦੀ ਦਾਤ ਲਈ ਜੀ ਮਹਾਰਾਜ ਕੋਲੋਂ। 2 ਦਿਨਾਂ ਵਿੱਚ ਸੰਗਤ ਨੇ ਇਹ ਸਾਖੀ ਪੂਰੀ ਸੁਣੀ ਹੈ। ਮਹਾਰਾਜ ਗਰੀਬ ਨਵਾਜ ਮਿਹਰ ਕਰਨ, ਸਾਡੇ ਮਨਾਂ ਵਿੱਚ ਗੁਰੂ ਜੀ ਦਾ ਪਿਆਰ ਵਸੇ, ਗੁਰੂ ਸਾਹਿਬ ਜੀ ਦੇ ਪਰਥਾਏ ਸ਼ਰਧਾ ਵਸੇ, ਭਾਵਨਾ ਬਣੇ ਗੁਰੂ ਸਾਹਿਬ ਆਪ ਪਰਮੇਸ਼ਰ ਆਪ ਰੱਬ ਹਨ। ਆਓ ਪੰਕਤੀ ਪੜ੍ਹ ਦਈਏ। ਅੱਜ ਗੁਰੂ ਜੀ ਦਾ ਆਗਮਨ ਪੁਰਬ ਹੈ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ ਹੋਵੇ। ਪਿਆਰ ਨਾਲ ਪੰਕਤੀ ਪੜ੍ਹੋ ਜੀ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਇਹ ਪੰਕਤੀ ਪੜਨ ਤੋਂ ਪਹਿਲਾਂ ਭਾਈ ਮੇਹੇ ਦੀ ਗੱਲ ਵੱਲ ਧਿਆਨ ਰੱਖਿਓ। ਭਾਈ ਮੇਹਾ ਜੀ ਬ੍ਰਹਮ ਗਿਆਨੀ ਬਣ ਗਏ। ਬ੍ਰਹਮ ਗਿਆਨੀ ਬਣ ਕੇ ਵੀ ਲੋਕਾਂ ਨੂੰ ਕਹਿੰਦੇ ਰਹੇ, ਭਾਈ ਗੁਰੂ ਤੇਗ ਬਹਾਦਰ ਸਾਹਿਬ ਖੁਦ ਰੱਬ ਧਰਤੀ ਤੇ ਆਏ ਆ। ਬ੍ਰਹਮ ਗਿਆਨੀ ਬਣ ਗਏ ਤੇ ਆਪਾਂ ਕਿਉਂ ਨਹੀਂ ਕਹਿਣਾ? ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਜਿੰਨਾ ਜ਼ੋਰ ਹੈਗਾ ਲਾ ਦੋ। ਹਾਂਜੀ, ਮੇਰਾ ਵੀ ਨੱਕ ਬੰਦ ਹੈ। ਹਾਂਜੀ, ਜਿੰਨਾ ਜ਼ੋਰ ਹੈਗਾ ਲਾ ਦੋ। ਅੱਜ ਤੇ ਗੁਰਪੁਰਬ ਹੈ ਜੀ, ਅੱਜ ਨਹੀਂ ਕਹਿਣਾ ਤੇ ਕਿਦਨ ਕਹਿਣਾ। ਕੋਈ ਪਰਵਾਹ ਨਾ ਕਰੋ, ਤੁਹਾਡੀ ਆਵਾਜ਼ ਕਿਸੇ ਨਾਲ ਰਲਦੀ ਨਹੀਂ ਰਲਦੀ। ਜਿੰਨਾ ਜ਼ੋਰ ਹੈਗਾ ਲਾ ਦੋ। ਧਰੋ ਗੁਰੂ ਤੇਗ ਬਹਾਦਰ ਜੀ ਦਾ ਧਿਆਨ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਜੋ ਅੰਮ੍ਰਿਤ ਬਚਨ ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਪ ਰੱਬ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਵੱਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਸੱਚੇ ਪਾਤਸ਼ਾਹ ਮੇਰਾ ਬਹੁਤ ਬਹੁਤ ਆਪ ਜੀ ਨੂੰ ਵਧਾਈ ਹੋਵੇ।
ਸਭਨਾਂ ਦੇ ਸਿਰ ਤੇ ਗਰੀਬ ਨਵਾਜ ਮੇਰਾ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਜਿੰਨੀਆਂ ਸੰਗਤਾਂ ਆਪ ਜੀ ਆਏ ਹੋ, ਆਪ ਜੀ ਦਾ ਬਹੁਤ ਧੰਨਵਾਦ ਹੈ। ਹਾਂਜੀ ਅੱਜ ਕਰਫਿਊ ਲਾਇਆ ਜੀ, ਪਰ ਸੰਗਤ ਨੇ ਕੋਈ ਅਸਰ ਨਹੀਂ ਕੀਤਾ ਜੀ। ਲੋਕਡਾਊਨ ਵੀ ਲੱਗੇ ਰਹੇ, ਮਹਾਰਾਜ ਦੀਆਂ ਸੰਗਤਾਂ ਮਹਾਰਾਜ ਦੇ ਹਜ਼ੂਰ ਆਉਂਦੀਆਂ ਹੀ ਰਹੀਆਂ ਜੀ। ਮਹਾਰਾਜ ਤੁਹਾਨੂੰ ਬਲ ਦਿੰਦੇ ਹੀ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ। ਸੱਜਣ ਸੱਜਣ